ਵਾਹਿਗੁਰੂ 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 ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਮੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਜਪ ਮਹਿਮਾ ਪੌੜੀ ਪੜੈ ਕਰ ਹੈ ਗੁਰ ਸਨ ਪ੍ਰੀਤ ਨਹਿਜਾ ਜਾਕਾ ਗੁਰਨ ਮੈਂ ਹੋਏ ਸਫਲ ਤੈਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਜਪਜੀ ਸਾਹਿਬ ਦੀ ਮਹਿਮਾ ਸਰਵਣ ਕਰ ਰਹੇ ਸੀ। ਭਾਈ ਸਾਹਿਬ ਜੀ ਲਿਖਣਾ ਕਰਦੇ ਹਨ, ਭਾਈ ਸਾਹਿਬ ਭਾਈ ਰਾਮ ਕੋਇਰ ਜੀ, ਜਿਨ੍ਹਾਂ ਨੇ ਸਾਨੂੰ ਇਹ ਵਿਚਾਰਾਂ ਸਾਰੀ ਕਥਾ ਸੁਣਾਉਣੀ ਕੀਤੀ ਕਿ ਇਹ ਭਾਈ ਜਪਜੀ ਸਾਹਿਬ ਦੀ ਮਹਿਮਾ ਹੈ। ਜਿਹੜਾ ਗੁਰੂ ਨਾਲ ਪ੍ਰੀਤੀ ਕਰਕੇ ਨਿਸ਼ਚਾ ਸ਼ਰਧਾ ਭਰੋਸਾ ਕਰਕੇ ਇਸ ਦਾ ਜਾਪ ਕਰੇਗਾ ਜਪਜੀ ਸਾਹਿਬ ਦਾ, ਉਹਦੇ ਸਾਰੇ ਕਾਰਜ ਰਾਸ ਹੋਣਗੇ, ਸਫਲੇ ਹੋਣਗੇ। ਇਸ ਤਰ੍ਹਾਂ ਜਪਦੀ ਮਹਿਮਾ ਸੰਪੂਰਨ ਹੋਈ। ਅੱਗੇ ਵਿਚਾਰਾਂ ਚੱਲਦੀਆਂ। ਪ੍ਰੀਤਮ ਜੀ ਹੋਰ ਕੀ ਬਖਸ਼ਿਸ਼ ਕਰਦੇ ਹਨ ਇਹ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਪ ਮਹਿਮਾ ਪੌੜੀ ਪੜੈ ਕਰ ਹੈ ਗੁਰ ਸਨ ਪ੍ਰੀਤ। ਭਾਈ ਸਾਹਿਬ ਜੀ ਕਹਿੰਦੇ ਹਨ, ਜੇ ਕੋਈ ਜਪਜੀ ਸਾਹਿਬ ਦੀ ਮਹਿਮਾ ਭਾਵ ਜਾਪ ਕਰਦਾ ਹੈ, 40 ਪੌੜੀਆਂ ਦਾ ਪਾਠ, 2 ਸ਼ਲੋਕ ਹਨ ਅੱਗੇ ਪਿੱਛੇ, 38 ਪੌੜੀਆਂ। ਔਰ ਇਸ ਸੰਪੂਰਨ ਜਪਜੀ ਸਾਹਿਬ ਦਾ ਜੇ ਕੋਈ
ਪਾਠ ਕਰੇ ਗੁਰੂ ਨਾਲ ਪ੍ਰੀਤੀ ਪਾਕੇ ਜੀ। ਨੀਚਾ ਜਾਗਾ ਗੁਰਨ ਮੈਂ ਹੋਏ ਸਫਲ ਤਹਿਰੀਤ। ਔਰ ਗੁਰੂ ਦੇ ਵਿੱਚ ਪੂਰਨ ਭਰੋਸਾ ਨਿਸ਼ਚਾ ਸ਼ਰਧਾ ਹੋਵੇ ਤੇ ਉਹਦਾ ਕੋਈ ਵੀ ਕਾਰਜ ਅਟਕ ਨਹੀਂ ਸਕਦਾ ਜੀ। ਜਪ ਗੁਰ ਅਰਜਨ ਸਿਬਦ ਗੁਰੂ ਨਾਨਕ ਮੁਖ ਮੰਤ। ਇਹ ਜਪਜੀ ਸਾਹਿਬ ਦਾ ਪਾਠ ਗੁਰੂ ਅਰਜਨ ਦੇਵ ਜੀ ਨੇ ਸੁਬਿਧ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗਾਂ ਤੇ ਚੜਾਉਣਾ ਕੀਤਾ ਔਰ ਇਸ ਪਾਠ ਦਾ ਉਚਾਰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਕੀਤਾ। ਇਹ ਸਾਰਾ ਜਪਜੀ ਸਾਹਿਬ ਇੱਕੋ ਵਾਰੀ ਨਹੀਂ ਰਚਿਆ ਗਿਆ, ਅਲੱਗ-ਅਲੱਗ ਥਾਵਾਂ ਤੇ ਇਹ ਪੌੜੀਆਂ ਉਚਾਰਨ ਹੋਈਆਂ। ਮੂਲ ਮੰਤਰ ਸੱਚਖੰਡ ਚੋਂ ਲੈ ਕੇ ਆਂਦਾ ਆਪ ਜੀ ਨੂੰ ਪਤਾ ਹੈ। ਉਸ ਤੋਂ ਬਾਅਦ ਫਿਰ ਅੱਗੇ ਸਿੱਖਾਂ ਨੇ ਬੇਨਤੀਆਂ ਕੀਤੀਆਂ, ਪਾਤਸ਼ਾਹ ਜਿਸ ਪਰਮੇਸ਼ਰ ਦੀ ਤੁਸੀਂ ਗੱਲ ਕਰਦੇ ਹੋ ਮੂਲ ਮੰਤਰ ਵਿੱਚ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਾਇਆ ਜਾ ਸਕਦਾ ਹੈ, ਉਹਨੂੰ ਕਿਵੇਂ ਪਾਈਏ? ਕੀ ਕੋਈ ਸੁੱਚਤਾ ਨਾਲ ਪਾ ਸਕਦਾ ਹੈ? ਬਾਬਾ ਜੀ ਕਹਿੰਦੇ ਬਿਲਕੁਲ ਨਹੀਂ। ਕੇਵਲ ਸੁੱਚਤਾ ਰੱਖ ਕੇ ਅੰਦਰੋਂ ਮਨ ਗੁਰੂ ਨਾਲ ਨਹੀਂ ਜੁੜਿਆ ਫਿਰ ਕਿਵੇਂ ਪਾਊਗਾ? ਸੋਚੈ ਸੋਚ ਨਾ ਹੋਵੇ। ਸੋਚੈ ਚੱਚੇ ਦਲਾਈਆਂ ਚੈ, ਸੋਚੈ ਦਾ ਭਾਵ ਸੁੱਚਤਾ। ਕਿਉਂਕਿ ਬਹੁਤ ਸਾਰੇ ਲੋਕ ਤੀਰਥਾਂ ਦੇ ਯਾਤਰਾ ਕਰਕੇ ਕੇਵਲ ਇਸ਼ਨਾਨ ਕਰਕੇ ਆ ਜਾਂਦੇ ਆ, ਪਰ ਦੂਸਰਾ ਬਚਨ ਕਬੀਰ ਸਾਹਿਬ ਜੀ ਦਾ ਪੜ੍ਹ ਲਓ। ਕਬੀਰ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਹਾਤਿਆਂ ਦੋਏ ਪਾ ਚੜੀਏ ਸੋਰ। ਸੋਚਾ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਇਹ ਸੋਚੀ ਨਹੀਂ ਹੈ, ਇਹ ਸੋਚਾ ਹੈ ਭਾਵ ਸੋਚਤਾ ਹੈ। ਕੋਈ ਸਤਨਾਮ। ਜੇ ਕੋਈ ਲੱਖਾਂ ਵਾਰ ਵੀ ਸੋਚਤਾ ਕਰਕੇ ਰੱਖ ਲਵੇ ਤਾਂ ਵੀ ਉਹਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਮਹਾਰਾਜ ਕਈ ਮੋਨੀਆਂ ਮੌਨ ਧਾਰ ਕੇ ਪਾਇਆ ਜਾ ਸਕਦਾ, ਤਾਂ ਕਹਿੰਦੇ ਮੌਨ ਹੁੰਦਾ ਹੀ ਨਹੀਂ, ਕਿਵੇਂ ਹੋਊਗਾ? ਠੀਕ ਹੈ, ਮੂੰਹ ਤੇ ਪੱਟੀ ਬੰਨ੍ਹ ਲਓਗੇ, ਚੁੱਪ ਕਰਕੇ ਬਹਿ ਜਾਓਗੇ। ਜਿਹੜੇ ਅੰਦਰ ਫੁਰਨੇ ਚੱਲ ਰਹੇ ਆ ਉਹਨਾਂ ਨੂੰ ਕੌਣ ਰੋਕੂਗਾ? ਮਨ ਵਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਤਾਂ ਤੇ ਚੁੱਪੈ ਚੁੱਪ ਨਾ ਹੋਵਈ। ਇਸ ਤਰ੍ਹਾਂ ਵੀ ਮਿਲਾਪ ਨਹੀਂ ਹੋ ਸਕਦਾ। ਜੇ ਲਾਏ ਰਹਾ ਲਿਵਤਾਰ, ਜੇ ਕੋਈ ਲਗਾਤਾਰ ਤੇਲ ਦੀ ਧਾਰ ਦੀ ਨਿਆਈ ਅੱਖਾਂ ਬੰਦ ਕਰਕੇ ਬੈਠਾ ਰਵੇ। ਅੱਖਾਂ ਤਾਂ ਬੰਦ ਕੀਤੀਆਂ ਬਗਲੇ ਦੀ ਨਿਆਈ, ਪਰ ਕਦੇ ਕਦੇ ਖੋਲ੍ਹ ਕੇ ਵੇਖ ਲੈਂਦਾ ਕਿਹੜੀ ਮੱਛੀ ਨੇੜੇ ਆ। ਜਿਹੜੀ ਨੇੜੇ ਆ ਗਈ ਹੜਪ ਜਾਂਦਾ, ਫਿਰ ਅੱਖਾਂ ਬੰਦ ਕਰਕੇ ਇੱਕ ਪੈਰ ਤੇ ਖੜ ਜਾਂਦਾ। ਐਸੀ ਭਗਤੀ ਨਾਲ ਵੀ ਰੱਬ ਨਹੀਂ ਮਿਲਦਾ। ਕੋ ਸਤਨਾਮ। ਤੇ ਮਨੁੱਖ ਦੇ ਅੰਦਰ ਚੁੱਪ ਹੋ ਹੀ ਨਹੀਂ ਸਕਦੀ, ਅੰਦਰ ਫੁਰਨੇ ਚੱਲ ਰਹੇ ਹੈ, ਤੇ ਜਿੰਨਾ ਚਿਰ ਫੁਰਨੇ ਬੰਦ ਨਹੀਂ ਹੁੰਦੇ ਉਹਨਾਂ ਚਿਰ ਧਿਆਨ ਪਰਮੇਸ਼ਰ ਨਾਲ ਨਹੀਂ ਜੁੜਦਾ। ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ, ਕਹਿੰਦੇ ਫਿਰ ਵਰਤ ਰੱਖ ਕੇ ਪਾਇਆ ਜਾ ਸਕਦਾ? ਕਹਿੰਦੇ ਨਹੀਂ। ਸਰੀਰ ਸਾਡਾ ਅਨਾਜ ਤੋਂ ਬਣਿਆ, ਭਾਵ ਅਨਾਜ ਹੀ ਸਾਡੇ ਮਾਂ ਪਿਓ ਨੇ ਖਾਧਾ, ਜਿਹੜਾ ਧਰਤੀ 'ਚੋਂ ਪੈਦਾ ਹੋਇਆ ਮਿੱਟੀ 'ਚੋਂ। ਉਸ ਮਿੱਟੀ ਦੇ ਅਨਾਜ ਤੋਂ ਹੀ ਸਾਡਾ ਸਰੀਰ ਬਣਿਆ। ਮਿੱਟੀ ਜੋ ਬਣਿਆ ਇਹਨੂੰ ਅਨਾਜ 'ਚੋਂ ਬਣਿਆ, ਅਨਾਜ ਦੀ ਲੋੜ ਹੈ। ਭੁੱਖ ਰੱਖ ਕੇ ਵੀ ਵਰਤ ਰੱਖ ਕੇ ਰੱਬ ਨਹੀਂ ਪਾਇਆ ਜਾ ਸਕਦਾ। ਤਾਂ 10ਵੇਂ ਪ੍ਰੀਤਮ ਜੀ ਨੇ ਕਲੀਅਰ ਕਰ ਦਿੱਤਾ, ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਥੋੜਾ ਖਾਓ ਥੋੜਾ ਸੌਵੋ, ਜਗਰਾਤੇ ਕੱਟ ਕੇ ਲਗਾਤਾਰ ਕੋਈ ਜਾਗਦਾ ਰਹੇ ਤਾਂ ਵੀ ਨਹੀਂ ਪਾਇਆ ਜਾ ਸਕਦਾ। ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਇਹ ਚੀਜ਼ਾਂ ਧਾਰਨ ਕਰੋ ਨਾ ਸਰੀਰ 'ਚ। ਸੀਲ ਸੰਤੋਖ ਸਦਾ ਨਿਰਭੈਬੋ ਹਵੈਬੋ, ਤ੍ਰੈ ਗੁਣ ਅਤੀਤ ਰਜੋ ਤਮੋ ਸਤੋ। ਇਹਨਾਂ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਕੇ ਚੌਥੇ ਵਿੱਚ ਪ੍ਰਵੇਸ਼ ਕਰੋ। ਹਵੈਬੋ ਤ੍ਰੈ ਗੁਣ ਅਤੀਤ, ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨਾ ਮਨ ਸਿਉ ਲਿਆਵੇ। ਇਹਨਾਂ ਨੂੰ ਅੰਦਰ ਨਾ ਵੜਨ ਦੇਵੇ ਘਰੇ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਇਹਨਾਂ ਨੂੰ ਬਾਹਰ ਕੱਢੇ। ਇਸ ਕਰਕੇ ਪਾਤਸ਼ਾਹ ਜੀ ਨੇ ਇਹ ਪੌੜੀਆਂ ਅਲੱਗ-ਅਲੱਗ ਥਾਵਾਂ ਤੇ ਉਚਾਰਨ ਕੀਤੀਆਂ। ਔਰ ਜਿਹੜੀਆਂ ਪਿੱਛੇ ਪੌੜੀਆਂ ਆਉਂਦੀਆਂ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇਹ ਬਚਨ ਜਿਹੜੇ ਹਨ ਇਹ ਗੋਰਖਨਾਥ ਵਰਗੇ ਜੋਗੀਆਂ ਨਾਲ ਸੁਮੇਰ ਪਰਬਤ ਤੇ ਹੋਏ ਆ। ਕੋ ਸਤਨਾਮ। ਇਸੇ ਤਰ੍ਹਾਂ ਅੰਦਰਲੀਆਂ ਜਿਹੜੀਆਂ ਵਿੱਚ ਪੌੜੀਆਂ ਰਹਿ ਗਈਆਂ ਉਹ ਵੀ ਕੋਈ ਕਿਤੇ ਹੁਕਮ ਦਿੱਤਾ, ਕੋਈ ਕਿਤੇ ਉਪਦੇਸ਼ ਬਖਸ਼ਿਆ। ਜਦੋਂ ਕਰਤਾਰਪੁਰ ਵਸ ਗਿਆ, ਸਤਿਗੁਰਾਂ ਕੋਲੇ ਭਾਈ ਲਹਿਣਾ ਜੀ ਆ ਗਏ ਸੇਵਾ 'ਚ, ਤੇ ਇਹਨਾਂ ਦੇ ਕੋਲੋਂ ਫਿਰ ਗੁਰੂ ਨਾਨਕ ਦੇਵ ਜੀ ਨੇ ਪੌੜੀਆਂ ਨੂੰ ਲੜੀਵਾਰ ਕਰਕੇ ਇੱਕ ਸਾਡੇ ਵਾਸਤੇ ਨਿਤ ਨੇ ਬਣਾ ਦਿੱਤਾ, ਜਪਜੀ ਸਾਹਿਬ ਦਾ ਪਾਠ। ਕੋ ਸਤਨਾਮ ਸੀ। ਔਰ ਹੁਕਮ ਦੇ ਦਿੱਤਾ ਕਿ ਸਾਰੇ ਸਿੱਖ ਅੰਮ੍ਰਿਤ ਵੇਲੇ ਇਸ ਪਾਠ ਦਾ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ।
ਅੱਗੇ ਫਿਰ 10ਵੇਂ ਪਾਤਸ਼ਾਹ ਸਮਾਂ ਆਇਆ, ਉਹਨਾਂ ਨੇ ਨਾਲ ਹੋਰ ਬਾਣੀਆਂ ਐਡ ਕਰ ਦਿੱਤੀਆਂ, ਅੰਮ੍ਰਿਤ ਵਾਲੀਆਂ 5 ਬਾਣੀਆਂ ਦਾ ਸਾਨੂੰ ਹੁਕਮ ਦੇ ਦਿੱਤਾ। ਰਹਿ ਰਾਸ ਜਿਹੜੀ ਹੈ ਪਹਿਲਾਂ ਬਾਬੇ ਨਾਨਕ ਜੀ ਵੀ ਸ਼ਬਦ ਉਚਾਰੇ ਆ, ਫਿਰ 5ਵੇਂ ਪਾਤਸ਼ਾਹ ਨੇ ਉਚਾਰੇ, ਉਹ ਵਿੱਚ ਐਡ ਕਰ ਦਿੱਤੇ, ਚੌਥੇ ਪਾਤਸ਼ਾਹ ਜੀ ਦੇ ਉਚਾਰੇ ਹੋਏ ਐਡ ਕਰ ਦਿੱਤੇ। ਫਿਰ 10ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਉਹਨਾਂ ਨੇ ਨਾਲ ਚੌਪੀ ਸਾਹਿਬ ਵੀ ਲਵਾ ਦਿੱਤਾ, ਕੋ ਸਤਨਾਮ ਸੀ। ਤੋ ਇਸ ਕਰਕੇ ਸਾਰੀ ਬਾਣੀ ਸਮੇਂ ਸਮੇਂ ਤੇ ਉਚਾਰੀ ਗਈ। ਭਾਈ ਸਾਹਿਬ ਜੀ ਲਿਖਦੇ ਹਨ ਕਿ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਔਰ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸੁਵਿਧੀ ਚੰਗੇ ਤਰੀਕੇ ਦੇ ਨਾਲ ਗੁਰਬਾਣੀ ਦੇ ਪਹਿਲੇ ਅੰਗਾਂ ਤੇ ਚੜਾਉਣਾ ਕੀਤਾ ਹੈ। ਲਿਖਿਓ ਸੋ ਕਰ ਗੁਰ ਰਾਜ, ਸਤਿਗੁਰ ਸਨਮੁਖ ਸੁਖ ਸੰਤ। ਗੁਰੂ ਰਾਮਦਾਸ ਜੀ ਨੇ ਇਸ ਨੂੰ ਹੱਥੀਂ ਲਿਖਿਆ ਸੀ। ਉਸ ਤੋਂ ਬਾਅਦ ਸੰਤਾਂ ਦੇ ਸੁੱਖ ਲਈ, ਭਾਵ ਸਾਡੇ ਸਾਰਿਆਂ ਦੇ ਸੁੱਖ ਲਈ, ਤੁਸੀਂ ਸਾਰੇ ਸੰਤ ਹੋ, ਇੱਥੇ ਜਦ ਬੈਠੇ ਹੋ ਨਾ ਸਾਰੇ ਸੰਤ ਹੋ, ਕੋਈ ਜ਼ਰੂਰੀ ਨਹੀਂ ਕੋਈ ਭਗਵਾ ਚਿੱਟਾ ਕਾਲਾ ਪਾ ਕੇ ਸੰਤ ਬਣਦਾ, ਕੋਈ ਸਤਨਾਮ। ਕਈ ਥਾਈਂ ਸਤਿਗੁਰੂ ਸੰਗਤ ਨੂੰ ਸੰਤੋ ਕਹਿ ਕੇ ਸੰਬੋਧਨ ਕਰਦੇ ਹਨ, ਕੋ ਸਤਨਾਮ। ਤੋ ਸੰਗਤ ਨੂੰ ਹੀ ਕਰਦੇ ਆ, ਕਿਸੇ ਹੋਰ ਮਨੁੱਖ ਨੂੰ ਨਹੀਂ ਕਰਦੇ। ਇਸ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਨੂੰ ਸੁਵਿਧੀ ਨਾਲ ਚੜਾਉਣਾ ਕੀਤਾ। ਉਸ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਆਪਣੇ ਹੱਥੀਂ ਵੀ ਲਿਖਿਆ ਸੀ ਔਰ ਲਿਖਿਓ ਸੋ ਕਰ ਗੁਰ ਰਾਜ, ਸਤਿਗੁਰ ਦੇ ਇਸ ਰਾਜ ਨੂੰ ਲਿਖਿਆ ਆਪ ਸਨਮੁਖ ਸੁਖ ਸੰਤ। ਤਾਂ ਤੇ ਸਤਿਗੁਰ ਦੇ ਸਨਮੁਖ ਰਹਿਣ ਵਾਲੇ ਭਾਈ ਗੁਰਮੁਖਾਂ ਦੇ ਲਈ ਸੁਖ ਦੇਣ ਵਾਲੀ ਇਹ ਬਾਣੀ ਔਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਨੂੰ ਲਿਖਿਆ ਸੀ। ਉਹਨਾਂ ਸਮਿਆਂ 'ਚ ਬਾਣੀ ਹੱਥੀਂ ਲਿਖਣ ਦਾ ਸਤਿਗੁਰਾਂ ਦਾ ਹੁਕਮ ਸੀਗਾ। ਬਈ ਜਦੋਂ ਵੀ ਸਾਡੇ ਕੋਲ ਸਾਲ ਛਮਾਹੀ ਆਉਣਾ ਨਾ, ਤੁਸੀਂ ਭੇਟਾ ਕੀ ਲੈ ਕੇ ਆਓਗੇ? ਅੱਜ ਕੱਲ੍ਹ ਤਾਂ ਆਪਾਂ ਚਲੋ ਮਾਇਆ ਭੇਟ ਕਰ ਦਿੰਦੇ ਆ। ਕਈ ਸੰਗਤਾਂ ਅੱਜ ਵੀ ਨਿਤਨੇਮ ਦੇ ਗੁਟਕੇ ਦੁਕਾਨ ਤੋਂ ਲਿਆ ਕਰਕੇ ਇੱਥੇ ਭੇਟ ਕਰ ਜਾਂਦੀਆਂ ਵੀ ਸੰਗਤਾਂ ਪਾਠ ਕਰਦੀਆਂ। ਉਦੋਂ ਵੀ ਇਹ ਰੀਤ ਚੱਲਦੀ ਸੀ। ਉਦੋਂ ਪ੍ਰੀਤਮ ਦਾ ਹੁਕਮ ਹੁੰਦਾ ਸੀਗਾ ਵੀ ਆਪਣੇ ਘਰੋਂ ਜਪਜੀ ਸਾਹਿਬ ਦੀਆਂ ਨਿਤਨੇਮ ਦੀਆਂ ਪੋਥੀਆਂ ਲਿਖ ਕੇ ਲਿਆਇਓ ਤਾਂ ਕਿ ਹੋਰ ਪਾਠ ਕਰਨ ਵਾਲੀਆਂ ਸੰਗਤਾਂ ਨੂੰ ਮਦਦ ਮਿਲ ਸਕੇ। ਤੇ ਸਤਿਗੁਰੂ ਉਹ ਪੋਥੀਆਂ ਫਿਰ ਪਾਠ ਕਰਨ ਦੇ ਚਾਹਵਾਨ ਸਿੰਘਾਂ ਨੂੰ, ਸਿੱਖਾਂ ਨੂੰ ਵੰਡ ਦਿਆ ਕਰਦੇ ਸਨ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵੀ ਇਹਦੇ ਵਿੱਚ ਸੇਵਾ ਪਈ ਹੈ। ਸੁਖ ਸਾਧਨ ਪ੍ਰਗਟ ਕੀਏ, ਨਹੀਂ ਦੁਸ਼ਟ ਕੋ ਦੇ। ਤੋ ਪ੍ਰਯੋਜਨ ਸਾਰੇ ਕਾਰਜਾਂ ਦੀ ਸਿੱਧੀ ਵਾਸਤੇ, ਸਫਲਤਾ ਵਾਸਤੇ ਸਤਿਗੁਰਾਂ ਨੇ ਇਹ ਸਾਨੂੰ ਜਪਜੀ ਸਾਹਿਬ ਦਾ ਪਾਠ ਦੇਣਾ ਕੀਤਾ ਹੈ। ਇਹ ਦੁਸ਼ਟਾਂ ਨੂੰ ਨਹੀਂ ਦੇਤਾ, ਇਹ ਮਨਮੁਖਾਂ ਨੂੰ ਗੁਰਮੁਖਾਂ ਨੂੰ ਦੇਣਾ ਕੀਤਾ ਹੈ। ਭਾਵ ਜਿਹੜਾ ਸਤਿਗੁਰ ਨਾਲ ਪਿਆਰ ਕਰਦਾ ਇਹ ਬਾਣੀ ਉੱਥੇ ਵਸਦੀ ਆ। ਪੜੋ ਬਾਣੀ ਚੋਂ, ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜਕਰ ਵਾਸਾ ਹੋਏ। ਮਹਾਂਪੁਰਖ ਇੱਥੇ ਪਰਮੇਸ਼ਰ ਨੂੰ ਕਿਹਾ। ਪਰਮੇਸ਼ਰ ਦੀ ਇਹ ਬਾਣੀ ਹੈ ਜਿਹੜੀ ਗੁਰੂਆਂ ਰਾਹੀਂ ਆਈ ਆ। ਜਿਹੜਾ ਕੋਈ ਹਿਰਦੇ ਕਰਕੇ ਜਪਦਾ ਉਸ ਨੂੰ ਸੱਚਖੰਡ ਵਿੱਚ ਲੈ ਜਾਂਦੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹਮਾਊ ਪੰਖੀ ਦੇ ਖੰਭ ਤੀਰਾਂ ਨਾਲ ਜੋੜ ਕੇ ਤੀਰ ਚਲਾ ਦਿੱਤੇ ਤੇ ਸਿੰਘਾਂ ਨੂੰ ਕਿਹਾ ਲੱਭ ਕੇ ਲਿਆਓ। ਉਹ ਵੇਖਦੇ ਰਹੇ, ਘੰਟਾ 2 ਘੰਟੇ ਸ਼ਾਮਾਂ ਤੱਕ ਵੇਖਦੇ ਰਹੇ, ਉਹ ਤੀਰ ਮੁੜ ਕੇ ਨਹੀਂ ਆਏ। ਕੋ ਸਤਨਾਮ। ਕਹਿੰਦੇ ਜੀ ਤੀਰ ਕਿੱਧਰ ਚਲੇ ਗਏ? ਕਹਿੰਦੇ ਜਿੱਥੋਂ ਖੰਭ ਆਏ ਸੀ। ਖੰਭ ਕਿੱਥੋਂ ਆਏ ਸੀ? ਕਹਿੰਦੇ ਆਕਾਸ਼ਾਂ ਵਿੱਚ ਇੱਕ ਪੰਛੀ ਰਹਿੰਦਾ ਹਮਾਊ, ਇਹ ਉਹਦੇ ਖੰਭ ਸਨ। ਸਾਨੂੰ ਨਾਰਦ ਮੁਨੀ ਗੁਰਮੁਖ ਬ੍ਰਹਮ ਗਿਆਨੀ ਦੇ ਗਿਆ ਸੀ ਔਰ ਉਹ ਪੰਛੀ ਦਾ ਇੱਕ ਸੁਭਾਅ ਹੈ, ਕੁਦਰਤ ਨੇ ਬਖਸ਼ਿਸ਼ ਕੀਤਾ ਹੈ ਕਿ ਉਹ ਧਰਤੀ ਤੇ ਨਹੀਂ ਆਉਂਦਾ, ਆਕਾਸ਼ਾਂ ਵਿੱਚ ਹੀ ਰਹਿੰਦਾ। ਆਕਾਸ਼ਾਂ ਵਿੱਚ ਹੀ ਉਸ ਦਾ ਆਂਡਾ ਜਦ ਫੁੱਟਦਾ ਹੈ, ਡਿੱਗਦਾ ਡਿੱਗਦਾ ਫੁੱਟ ਜਾਂਦਾ ਹੈ ਤੇ ਬੱਚਾ ਉੱਡ ਕੇ ਫਿਰ ਉੱਪਰ ਚਲਿਆ ਜਾਂਦਾ। ਹਮਾਊ ਪੰਛੀ ਆਕਾਸ਼ਾਂ ਵਿੱਚ ਹੀ ਰਹਿੰਦਾ, ਉਹਦੇ ਖੰਭ ਸਨ। ਤੇ ਮੈਂ ਤੁਹਾਨੂੰ ਇਹ ਸਮਝਾਉਣ ਵਾਸਤੇ ਕਿ ਇਸੇ ਤਰ੍ਹਾਂ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਇਹ ਵੀ ਉੱਥੇ ਚਲਿਆ ਜਾਊ ਜਿੱਥੋਂ ਗੁਰਬਾਣੀ ਆਈ ਆ। ਕੋ ਸਤਨਾਮ ਸੀ। ਜਿਵੇਂ ਖੰਭ ਤੀਰਾਂ ਨੂੰ ਆਪਣੇ ਦੇਸ਼ ਲੈ ਗਏ ਜੀ। ਪਲਹਿ ਸਿੱਖ ਪ੍ਰਤੀਤ ਤੇ ਬ੍ਰਿਤ ਪ੍ਰਸਾਦ ਕੀ ਸੇਵ। ਔਰ ਸਿੱਖ ਦੇ ਅੰਦਰ ਇਹ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਫਲ ਹੈ, ਫਲ ਦੇਣ ਵਾਲਾ ਹੈ। ਜਦੋਂ ਕੋਈ ਗੁਰੂ ਦੇ ਬਚਨਾਂ ਤੇ ਪ੍ਰਤੀਤ ਭਰੋਸਾ ਕਰੇ ਤੇ ਬੇਪ੍ਰਸਾਦ ਕੀ ਸੇਵ, ਭਾਵ ਗੁਰੂ ਦੇ ਪਿਆਰਿਆਂ ਦੀ ਸੇਵਾ ਕਰੇ। ਗੁਰੂ ਦੇ ਪਿਆਰਿਆਂ ਦੀ, ਗੁਰਮੁਖਾਂ ਦੀ। ਉਹ ਸਾਧੂ ਸੰਤ ਵੀ ਹੋ ਸਕਦੇ ਆ, ਨਾਮ ਜਪਣ ਵਾਲਾ ਕੋਈ ਬ੍ਰਾਹਮਣ ਵੀ ਹੋ ਸਕਦਾ ਹੈ, ਗੁਰਮੁਖ ਵੀ ਹੋ ਸਕਦੇ ਹੈ। ਇੱਥੇ ਕੇਵਲ ਬ੍ਰਾਹਮਣ ਦੀ ਸੇਵਾ ਨਾਲ ਨਹੀਂ ਸਾਨੂੰ ਜੋੜਿਆਗਾ।
मैं ब्राह्मण की सेवा करनी है। ब्रह्म का अर्थ ही ब्रह्म ज्ञानी रब दे प्यारे हुंदा है, परमेश्वर दे प्यारे हुंदा है। इस करके जिहड़ा रब दे प्यारिਆਂ ਦੀ सेवा करदा है ते सिमन करदा है ਉਹਦੇ ਕਾਰਜ ਰਾਸ ਹੁੰਦੇ ਹਨ। आपे सेवा लाइयन आपे बख्श करे, सबना का माँ प्यो आपे आपे सार करे। उस्तत निंदा पर हरै कले तीरखा मान। और ये बाणी नूं पूरा पूरा लाहा मानन वास्ते बाणी दा हिरदे विचों इन्हां औगणां नूं भी कढ दे। वैसे बाणी हौली हौली आपे कढ दिंदी आ, क्योंकि बाणी ने किरपा करनी आ। उस्तत निंदा पर हरै कलह ईरखा मान। हिरदे दे विचों ना अपनी वडियाई ना किसे दी निंदिया, इन्हां नूं छड्ड देवे। ईरखा भी कलेशां दा घर है, हंकार भी दुखां दा घर है, इन्हां नूं छड्ड देवे जी। वेद वचन सब गुर वचन सब संतन प्रमाण। और इहदे विच जो गुरु दे वचन हन, संतां दे प्रमाण हन, ये भाई वेद बचन ਹਨ। क्योंकि ਇਹ बचन एक ब्राह्मण जिस दी पिछे गल आई सी, गुरु साहब की हजूरी विच बैठा सी, उस ब्राह्मण ने भी ये नाल बचन अपने उचारण कीते न। भाव ये बाणी वेदां दे तुल है, पर यह बाणी तो वेदां तो भी उपर है। मैं ये कहना हाँ, कोई सतनाम सी। वेद जिहड़े हन वो ब्रह्मा ने रचे हन, बाणी परमेश्वर ने रची है। कोई सतनाम सी। इस करके चलो खैर वेद भी अपने थां ते सन्मानित है, सत्कारयोग है। तो जिहड़ा इस गुरबाणी दे बचनां नाल संतां दे प्रमाण चंगी तरह विच भगतां दे 15 भगतां दे जिहड़े नाल उदाहरणां दित्तियां, प्रमाण दित्ते। ये गल क्लीयर करने वास्ते कि ये गल केवल गुरुआं ने नहीं कही, ये भगतां ने भी कही आ, ये भट्टां ने भी कही आ, ये गुरमुखां ने भी कही आ, गल सही आ। इस करके आओ इस पवित्र बाणी दे बचनां नूं हिरदे विच वसाउणा करिए, मन्ना करिए जी। सवैया जप जाप के अगकोट हरे, नित दान बदे बुध सार तरੈ। तो जपजी साहब दा जाप करन दे नाल ध्यान दिओ, आराम नाल मत्था टेक लो। तां पातशाह जी बख्शिश करदे हन कि जिस वेले जपजी साहब दा जाप भाव तुसीं पाठ करोगे, ये तुहाडे करोड़ा पापां दा नाश करन वाली है। और तुहाडे घर दे विच रिद्ध सिद्ध नूं भाव भंडारियां नूं ਵਧਾਉਣ वाली है। तुहाडी बुद्धि दे विच सार हुंदा है, तत्त निचोड़। तुहानूं ये बाणी परमेश्वर दा जिहड़ा है तत्त वो भी प्राप्त करवावेगी। मन भाव बदे सुख काम सदे, सुर साधन में तम कुंज हरे। और मन भाव वधे, मन दे विच गुरु प्रति भावना वध जांदी है, प्रेम वध जांदा है। सुख काम सदे, सारे सुख जिहड़े हन, काम जिहड़े हन, वो सदे पूरे हो जाते हैं। सुर साधन मैं ता पुंज हरे, तम पुंज, तम हुंदा हनेरा। पापां दा जो प्रभाव है जीवन दे उत्ते, वो पापां दा प्रभाव भी जपजी साहब दा पाठ करिया खत्म हो जाएगा। तुहाडे पापां दा खात्मा हो जाएगा और चंगे कर्मां दा वाधा हो जाएगा। ते जदों चंगे कर्म प्रगट हुंदे हन, पातशाह जी कहंदे पूर्व कर्म अंकुर जा प्रगटे, भेटिओ पुरख रसक बैरागी। जदों पूर्वले चंगे कर्म प्रगट हुंदे हन ते परमेश्वर दे प्यारिਆਂ ਦੀ संगत हुंदी है। तन में कर में सुत में अर नारद की सब दुख टरै। और धन करके तन करके घर विच पुत्र इस्त्री विखे आदि सारिਆਂ ਦੇ दुख औगण खत्म करने वाली है पवित्र जपजी साहब दी बाणी जी। जह प्रतीत नहीं तिसको सिख दे सो दुख करे। जे प्रीत नहीं प्रतीत नहीं, सतगुर की प्रतीत न आई आ। सतगुर ते भरोसा नहीं, शब्द न लागो भाओ, शब्द नाल जपजी साहब नाल बाणी नाल प्यार नहीं है। फिर की लिखे आगे, सतगुर की प्रतीत नहीं, शब्द न लागे भाओ, तिसको सुख न उपजे 100 गेड़ा आओ जाओ।
ਗੁਰੂ ਤੇ ਭਰੋਸਾ ਕਰਨਾ, ਬਾਣੀ ਨਾਲ ਪਿਆਰ ਕਰਨਾ ਬੜਾ ਜ਼ਰੂਰੀ ਹੈ। ਤੇ ਜਿਨ੍ਹਾਂ ਨੂੰ ਭਾਈ ਨਹੀਂ ਪਿਆਰ, ਉਹਨਾਂ ਨੇ ਤਿਸ ਕੋ ਸਿੱਖ ਦੇਹ ਸੋ ਦੋਖ ਕਰੇ, ਉਹਨਾਂ ਦੇ ਪਾਪਾਂ ਦਾ ਖਾਤਮਾ ਨਹੀਂ ਹੋ ਸਕਦਾ ਜਿਹੜਾ ਗੁਰੂ ਤੇ ਪੂਰਨ ਭਰੋਸੇ ਨਾਲ ਇਸ ਬਾਣੀ ਨੂੰ ਨਹੀਂ ਪੜਦਾ ਜੀ। ਜਿਸ ਕੀ ਵਿਦ ਹੈ ਕਹੀ ਗੁਰ ਪੂਰਨ ਹੈ ਸਿੱਖ ਪ੍ਰਾਪਤ ਸਾਧਨ ਤੇ। ਇਸ ਤਰ੍ਹਾਂ ਜਿਸ ਕੀ ਵਿਧਿ ਹੈ ਕਹੀ ਗੁਰਪੂਰਨ ਹੈ ਸਿੱਖ ਪ੍ਰਾਪਤ ਸਾਧਨ ਤੇ, ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਪਜੀ ਸਾਹਿਬ ਦੀ ਮਹਿਮਾ ਦੱਸੀ ਹੈ, ਇਹ ਬਹੁਤ ਵੱਡੀ ਗੱਲ ਹੈ ਜੀ। ਸਭ ਪਾਠਨ ਗੀਤ ਖੜਾਂਕਣ ਤੇ ਉਪਜੇ ਫਲ ਕੋ ਤਤ ਜੋਗਨ ਤੇ। ਕਹਿਣ ਲੱਗੇ ਇਸ ਨੂੰ ਸਾਰੇ ਪੜਨ ਭਾਈ, ਪੜੋ ਗਾਓ ਸੁਣੋ ਨਿਤ ਬਾਣੀ। ਰਾਗੀ ਸਿੰਘ ਗਾਉਂਦੇ ਆ, ਆਪਾਂ ਪਾਠ ਕਰਦੇ ਹਾਂ। ਇਸ ਤਰ੍ਹਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਕੋਈ ਸਾਰੇ ਪੜਨਗੇ, ਗੀਤ ਦਾ ਮਤਲਬ ਗਾਉਣਗੇ, ਖੜੰਗਣ ਤੇ 6 ਤਰ੍ਹਾਂ ਦੇ ਨਾਲ, ਭਾਵ ਕੰਨਾਂ ਨਾਲ ਸੁਣਨਾ, ਮੁਖ ਨਾਲ ਗਾਉਣਾ, ਅਤੇ ਇਸੇ ਤਰ੍ਹਾਂ ਹੀ ਜਦੋਂ ਆਪਣੇ ਸਰੀਰ ਦੇ ਅੰਦਰ ਧਾਰਨ ਕਰਕੇ ਇਸ ਪਵਿੱਤਰ ਬਾਣੀ ਨੂੰ ਉਚਾਰਨ ਕਰੋਗੇ, ਉਪਜਿਓ ਫਲ ਕੋ ਤਤ ਜੋਗਣ ਤੇ। ਇਸ ਤਰ੍ਹਾਂ ਤੁਹਾਡੇ ਅੰਦਰ ਰਿੱਧੀਆਂ ਸਿੱਧੀਆਂ ਸਹਿ ਤੇ ਫਲ ਪ੍ਰਾਪਤ ਹੋਵੇਗਾ। ਤਿਨ ਸਾਧਨ ਸਿੱਧ ਸੁਚੇਤ ਭਲੇ, ਵਿਦ ਕਾਜ ਸਰੇ ਸੁਖ ਭੋਗਨ ਤੇ। ਤੋ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਇਹ ਸਰੀਰ ਜਿਹੜਾ ਹੈ ਜਦੋਂ ਬਾਣੀ ਨਾਲ ਜੁੜੇਗਾ ਤੇ ਇਸ ਦੇ ਅੰਦਰ ਇਸ ਬਾਣੀ ਦੇ ਰਾਹੀਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਆਤਮਿਕ ਸੁੱਖ, ਬੰਦੇ ਨੂੰ ਆਤਮਿਕ ਸੁੱਖ ਨਹੀਂ ਹੈ, ਘਰੇ ਮਤਲਬ ਮਾਇਆ ਬਹੁਤ ਆ, ਸਹੂਲਤਾਂ ਸਾਰੀਆਂ, ਔਰ ਗੁਰੂ ਪਿਆਰਿਓ ਏਸੀ ਵੀ ਲੱਗੇ ਆ ਗਰਮੀ ਵਾਸਤੇ, ਸਰਦੀ ਵਾਸਤੇ ਹੀਟਰ ਵੀ ਲਾਏ ਹੋਣਗੇ, ਪਰ ਅੰਦਰਲਾ ਸੁੱਖ ਇਹਨਾਂ ਚੀਜ਼ਾਂ ਨਾਲ ਨਹੀਂ ਮਿਲਦਾ। ਜਿੰਨਾ ਚਿਰ ਆਤਮਾ ਸੁੱਖ ਨਹੀਂ, ਮਨ ਦਾ ਸੁੱਖ ਨਹੀਂ, ਉਹਨਾਂ ਚਿਰ ਬਾਹਰਲੇ ਸੁੱਖ ਪੂਰਾ ਸੁੱਖ ਨਹੀਂ ਦੇ ਸਕਦੇ। ਕੋ ਸਤਨਾਮ। ਤੇ ਬਾਣੀ ਆਤਮਿਕ ਸੁੱਖ ਦਿੰਦੀ ਹੈ, ਤੇ ਜਦੋਂ ਬਾਣੀ ਦੇ ਨਾਲ ਕੋਈ ਜੁੜਦਾ ਹੈ, ਇਹ ਸਾਨੂੰ ਆਤਮਿਕ ਸੁੱਖ ਦਿੰਦੀ ਹੈ। ਫਿਰ ਥੋੜੇ ਵਿੱਚ ਵੀ ਆ ਲੱਗਦਾ ਕਿ ਬਹੁਤ ਹੈ। ਕੋ ਸਤਨਾਮ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜੇ ਕਿਸੇ ਨੂੰ 4 ਪੁਰੀਆਂ ਦਾ ਸਮਾਨ ਇੱਕ ਬੰਦੇ ਨੂੰ ਦੇ ਦਿਓ ਤਾਂ ਰੱਜਦਾ ਨਹੀਂ। ਫਿਰ ਪੁੱਛਿਆ ਪ੍ਰੀਤਮ ਰੱਜਦਾ ਕਿਵੇਂ ਆ? ਤੇ ਪਾਤਸ਼ਾਹ ਕਹਿੰਦੇ ਇਉਂ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਤੇ ਆਇਆ। ਫਿਰ ਉਹ ਰੱਜ ਗਿਆ। ਜਦੋਂ ਮਨ ਕਰਕੇ ਤਨ ਕਰਕੇ ਰਸਨਾ ਕਰਕੇ ਅਸੀਂ ਸਿਮਰਨ ਕੀਤਾ ਤਾਂ ਫਿਰ ਉਹਨੂੰ ਥੋੜਾ ਵੀ ਬਹੁਤ ਲੱਗਦਾ ਹੈ। ਤੇ ਨਹੀਂ ਆ ਤਾਂ ਜਿਨ੍ਹਾਂ ਕੋਲੇ ਕਰੋੜਾਂ ਪਿਆ ਉਹ ਵੀ ਕਹਿੰਦੇ ਆ ਬਾਬਾ ਜੀ ਬਸ ਭੁੱਖੇ ਹੀ ਮਰਦੇ ਆ, ਮਸਾਂ ਹੀ ਟਾਈਮ ਲੰਘਦਾ। ਕਹੋ ਸਤਨਾਮ। ਤੇ ਕਿੱਥੇ ਉਹ ਗੁਰਮੁਖ ਜਿਹੜੇ ਰਕਸ਼ਾ ਵਾਹ ਕੇ ਜਿਹੜੇ ਭਜਨ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਹਨ, ਉਹ ਗੁਰੂ ਪਿਆਰਿਓ ਆਪਣੀ ਦਿਹਾੜੀ ਕਰਕੇ ਹੱਥ ਨੇ 500-400 ਲੈ ਕੇ ਘਰੇ ਜਾਂਦੇ ਆ ਰਾਸ਼ਨ ਪਾਣੀ ਲੈ ਕੇ, ਤੇ ਉਹਨਾਂ ਨੂੰ ਨੀਂਦ ਐ ਵਧੀਆ ਆਉਂਦੀ ਆ। ਤੇ ਜਿਨ੍ਹਾਂ ਦੇ ਘਰੇ ਏਸੀ ਲੱਗੇ ਆ ਸ਼ਾਇਦ ਉਹਨਾਂ ਨੂੰ ਰਾਤ ਨੂੰ ਨੀਂਦ ਵੀ ਨਹੀਂ ਚੱਜ ਨਾਲ ਆਉਂਦੀ। ਕਹੋ ਸਤਨਾਮ। ਆਤਮਿਕ ਸੁੱਖ ਬਾਣੀ ਨੇ ਦੇਣਾ ਹੈ ਆਪਾਂ ਨੂੰ। ਤਾਂ ਤੇ ਸਿੱਖੋ ਸਭ ਤਿਮ ਸਾਧਨ ਸਿੱਧ ਸੁਚੇਤ ਭਲੀ, ਵਿਧਿਕਾਰ ਸਰੇ ਸੁਖ ਭੋਗਣ ਤੇ। ਜਿਹੜਾ ਅਸਲੀ ਸੁੱਖ ਹੈ ਨਾ ਉਹ ਸਾਨੂੰ ਬਾਣੀ ਜਾਪ ਕਰਿਆ ਹੀ ਮਿਲਣਾ ਹੈ ਜੀ। ਸਭ ਸਿੱਧ ਕੀਏ ਗੁਰ ਭੇਟ ਦੀਏ, ਇਹ ਬੀਜ ਧਰੇ ਗੁਰ ਮੋਦਨ ਤੇ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ, ਗੁਰੂਆਂ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਸਾਡੇ ਵਾਸਤੇ ਬੀਜ ਬੀਜੇ ਹੈ। ਵਧਾ ਲਓ ਤੁਸੀਂ। ਕਹੋ ਸਤਨਾਮ। ਗੁਰੂ ਸਾਹਿਬ ਬੀਜ ਬੀਜ ਗਏ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਔਰ ਅਸੀਂ ਇਸ ਨੂੰ ਬੀਜ ਕੇ ਹੋਰ ਵਧਾ ਸਕਦੇ ਹਾਂ। ਇੱਕ ਮਨੁੱਖ ਨੇ 2 ਬੀਜ ਆਪਣੇ 2 ਪੁੱਤਰਾਂ ਨੂੰ ਫੜਾਤੇ ਵੀ ਸਾਂਭ ਕੇ ਰੱਖਿਓ, ਮੈਂ ਜਦੋਂ ਵਾਪਸ ਆਇਆ ਫਿਰ ਮੰਗੂਗਾ ਤੁਹਾਡੇ ਕੋਲੋਂ। ਇੱਕ ਨੇ ਤਾਂ ਸਾਂਭ ਕੇ ਡੱਬੀ ਬਣਾ ਕੇ ਸੋਨੇ ਦੀ ਉਹ 'ਚ ਪਾ ਕੇ ਰੱਖਦਾ, ਬਾਪੂ ਨੇ ਕਿਹਾ ਸਾਂਭ ਕੇ ਰੱਖਾਂਗੇ। ਤੇ ਦੂਜੇ ਨੇ ਗਮਲੇ 'ਚ ਬੀਜਤਾ, ਤੇ ਜਦ ਬੀਜਿਆ ਤੇ ਉਗਰਿਆ, ਉਹਦੇ ਨਾਲ 20 30 50 ਦਾਣੇ ਹੋਰ ਪੈਦਾ ਹੋ ਗਏ। ਉਹਨੇ ਹੋਰ ਬੀਜਿਆ, ਹੋਰ ਹੋ ਗਏ, ਵੱਧਦਾ ਗਿਆ ਤੇ ਕੋਠਾ ਦਾਣਿਆਂ ਦਾ ਭਰ ਕੇ ਰੱਖਤਾ। ਕੋ ਸਤਨਾਮ। ਤੇ ਜਦ ਕਿਤੇ ਆ ਕੇ ਬਾਪੂ ਨੇ ਪੁੱਛਿਆ ਵੀ ਬੀਜ ਕਿੱਥੇ ਦਿੱਤਾ ਤੁਹਾਨੂੰ? ਉਹ ਕਹਿੰਦੇ ਡੱਬੀ ਕੱਢ ਲੈਣੀ ਸੋਨੇ ਦੀ। ਉਹ ਦਾਣੇ ਨੂੰ ਸੁਸਰੀ ਖਾ ਗਈ, ਵਿੱਚੇ ਗਲ ਗਿਆ ਦਾਣਾ ਡੱਬੀ 'ਚ। ਦੂਜੇ ਨੇ ਪੁੱਛਿਆ ਕਿੱਥੇ ਹੈ? ਕਹਿੰਦੇ ਆ ਜਾ ਦਿਖਾਵਾਂ। ਗੇਟ ਖੋਲ੍ਹਿਆ, ਕੋਠਾ ਭਰਿਆ ਪਿਆ। ਕਹਿੰਦੇ ਅਸਲੀ ਤੂੰ ਸਾਂਭਿਆ। ਕੋ ਸਤਨਾਮ।
इस करके गुरु नानक ने बीज बीजी है, सिख ने साਂਭ के रखना है और साਂਭਣਾ ਹਿਰਦੇ ਵਿੱਚ है। ਇਹਨੂੰ जप जप के ਵਧਾਉਣਾ करो जी दोहरा। गुरु नानक करना करी पंथ बतायो सिख। किन्नी दया कीती अकाल पुरख ने, आप नरैन कला धार जग मह परवरियो। निरंकार आकार जोत जग मंडल करियो। संसार ਨੂੰ ਜਿਸ ਨੇ ਬਣਾਉਣਾ ਕੀਤਾ ਨਿਰੰਕਾਰ ਨੇ, ਉਹੋ ਹੀ ਤਾਂ ਨਾਨਕ ਬਣ ਕੇ ਸਾਨੂੰ ਸਮਝਾਉਣ ਆਇਆ। ਭਾਈ ਸਾਹਿਬ ਜੀ ਲਿਖਦੇ ਹਨ ਕਿ ਗੁਰੂ ਨਾਨਕ ਨੇ ਕਿੰਨੀ ਕਿਰਪਾ ਕੀਤੀ, ਸਿੱਖ ਨੂੰ ਸਹੀ ਰਸਤਾ ਦੱਸਿਆ ਜੀ। ਗੁਰੂ ਅਰਜਨ ਵਰਣਨ ਕਰੀ ਅਰਥ ਕਿਆਤ ਪਾਲਿਖ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਬਾਣੀ ਦੇ ਅਰਥਾਂ ਬਾਰੇ ਵੀ ਸਮਝਾਉਣਾ ਕੀਤਾ ਹੈ। ਸੁਪਨ ਬਾਤ ਪ੍ਰਗਟ ਕਰੀ ਸਤਿਗੁਰ ਪੂਰਨ ਖਿਆਤ। ਇਸ ਤਰ੍ਹਾਂ ਪੂਰਨ ਅਨੁਭਵ ਵਾਲੇ ਸਤਿਗੁਰਾਂ ਨੇ ਸੁਪਨੇ ਵਿੱਚ ਗੱਲ ਪ੍ਰਗਟ ਕੀਤੀ ਤੇ ਉਸੇ ਦਾ ਅਰਥ ਇੱਥੇ ਪ੍ਰਗਟ ਵਿੱਚ ਲਿਖਿਆ ਹੈ। ਅਰਥ ਵਿਦਤਾਏ ਸੋ ਲਿਖਿਓ ਜੋ ਸਿੱਖ ਸੋਹਤ। ਔਰ ਇਹ ਸਿੱਖਾਂ ਦੇ ਵਾਸਤੇ ਲਿਖਿਆ। ਧੰਨ ਗੁਰੂ ਨਾਨਕ ਗੁਰੂ ਅਰਜਨ ਦੇਵ ਦਸੇ ਹੀ ਗੁਰੂ ਤਾਂ ਅੰਤਰਜਾਮੀ ਹੈ। ਜਿਸ ਤਰ੍ਹਾਂ ਇੱਕ ਸਿੱਖ ਨੇ ਆ ਕੇ ਨਮਸਕਾਰ ਕੀਤੀ ਜਦੋਂ, ਤੇ ਇੱਕ ਪਾਤਸ਼ਾਹ ਜੀ ਦੇ ਕੋਲ ਇੱਕ ਪਾਠੀ ਸਿੱਖ ਬੈਠਾ ਪਾਠ ਕਰ ਰਿਹਾ ਸੀਗਾ, ਤੇ ਉਸ ਨੇ ਆ ਕੇ ਮੱਥਾ ਟੇਕਿਆ। ਭਾਈ ਕਲਿਆਣੇ ਦੇ ਨਾਲ ਸਿੱਖ ਆਇਆ ਹੈ, ਰਾਜਾ ਆਇਆ ਹੈ। ਪਹਿਲਾਂ ਉਸ ਰਾਜੇ ਨੇ ਭਾਈ ਕਲਿਆਣਾ ਜੀ ਦੀ ਬੇਅਦਬੀ ਕੀਤੀ ਸੀ। ਜਦੋਂ ਭਾਈ ਕਲਿਆਣਾ ਜੀ ਦੀ ਬੇਅਦਬੀ ਕੀਤੀ ਤੇ ਤੁਰੰਤ ਹੀ ਪਰਮੇਸ਼ਰ ਨੇ ਤਜਰਬਾ ਦਿਖਾਇਆ ਤੇ ਰਾਜਾ ਬੇਹੋਸ਼ ਹੋ ਗਿਆ। ਰਾਜੇ ਦੇ ਵਜ਼ੀਰਾਂ ਨੇ ਸੋਚਿਆ ਭਾਈ ਕਲਿਆਣੇ ਨੇ ਕੁਝ ਕਰ ਦਿੱਤਾ। ਉਹ ਉਹਦੇ ਪੈਰੀ ਪੈਂਦੇ ਆ, ਭਾਈ ਸਾਡਾ ਰਾਜਾ ਠੀਕ ਕਰ ਦੇ, ਅਸੀਂ ਮਾਫੀ ਮੰਗਦੇ ਹਾਂ ਜੇ ਅਸੀਂ ਗੱਲ ਹੋ ਗਈ। ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਗੁਰੂ ਨਾਨਕ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਰਾਜਾ ਤੁਹਾਡੀ ਸ਼ਰਨ ਵਿੱਚ ਹੈ। ਰਾਜੇ ਨੂੰ ਹੋਸ਼ ਆ ਗਈ। ਉਸ ਤੋਂ ਬਾਅਦ ਉਹ ਰਾਜਾ ਭਾਈ ਕਲਿਆਣਾ ਜੀ ਦੇ ਨਾਲ ਸਤਿਗੁਰੂ ਅਰਜਨ ਦੇਵ ਜੀ ਕੋਲ ਆਇਆ ਤੇ ਜਦੋਂ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਤੇ ਇਧਰ ਸਿੱਖ ਨੇ ਬਾਣੀ ਪੜ੍ਹੀ, ਲੇਖ ਨ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਤੇ ਉਹਦੇ ਮਨ ਵਿੱਚ ਇਹ ਭਰਮ ਪੈ ਗਿਆ ਵੀ ਜੇ ਗੁਰੂ ਕੋਲੇ ਆ ਕੇ ਵੀ ਲੇਖ ਨਹੀਂ ਮਿਟਦੇ, ਫਿਰ ਇੱਥੇ ਆਉਣ ਦਾ ਕੀ ਫਾਇਦਾ। ਕੋਈ ਸਤਨਾਮ। ਧੰਨ ਗੁਰੂ ਅਰਜਨ ਦੇਵ ਜੀ ਨੇ ਤੁਰੰਤ ਉਹਦਾ ਫੁਰਨਾ ਫੜ ਲਿਆ ਤੇ ਰਾਜੇ ਦਾ ਸਤਿਕਾਰ ਅਦਬ ਪਿਆਰ ਕੀਤਾ। ਉਹਨੂੰ ਰਹਿਣ ਵਾਸਤੇ ਗੁਰੂ ਪਿਆਰਿਓ ਆਸਨ ਦਿੱਤੇ, ਉਹਨਾਂ ਦੀ ਟੋਲੀ ਨੂੰ, ਉਹਨਾਂ ਦੇ ਜਥੇ ਨੂੰ, ਰਾਜੇ ਨੂੰ। ਤੇ ਤੜਕੇ ਰਾਤ ਨੂੰ ਉਸ ਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਉਸਨੇ ਕੀ ਦੇਖਿਆ ਹੈ ਕਿ ਬਹੁਤ ਜ਼ਿਆਦਾ ਆ ਜਿਹੜਾ ਰਾਜੇ ਵਾਲਾ ਜਨਮ ਹੈ ਤਾਂ ਉਹਦਾ ਖਤਮ ਹੋ ਗਿਆ, ਮਰ ਗਿਆ। ਫਿਰ ਦੁਬਾਰਾ ਜਨਮ ਹੋਇਆ ਕਿਸੇ ਗਰੀਬ ਦੇ ਘਰ ਜਿਹੜੇ ਕਿ ਸੂਰਾਂ ਨੂੰ ਪਾਲਦੇ ਸੀ। ਕਹੋ ਸਤਨਾਮ। ਉੱਥੇ ਵੱਡਾ ਹੋਇਆ, ਸੂਰਾਂ ਨੂੰ ਪਾਲਦਾ, ਚਾਰ ਕੇ ਲਿਆਉਂਦਾ। ਇਤਨੇ ਫਿਰ ਉਹਦਾ ਵਿਆਹ ਹੋ ਗਿਆ। ਸੁਪਨੇ ਦੇ ਵਿੱਚ ਪੂਰੀ ਜ਼ਿੰਦਗੀ ਵੀ ਸਤਿਗੁਰਾਂ ਨੇ ਦਿਖਾਈ ਹੈ ਸਿੱਖਾਂ ਨੂੰ। ਕਹੋ ਸਤਨਾਮ। ਬੱਚੇ ਪੈਦਾ ਹੋ ਗਏ, ਫਿਰ ਬੁੱਢਾ ਹੋਇਆ। ਗੁਰੂ ਪਿਆਰਿਓ ਤੇ ਜਦ ਸੂਰਜ ਚਾਰਨ ਜਾਂਦਾ, ਪੀਲਾਂ ਤੋੜ ਕੇ ਖਾਂਦਾ। ਪੀਲਾਂ ਦੇ ਬੀਜ ਹੁੰਦੇ ਆ ਅਮਰੂਦ ਵਰਗੇ, ਜਾੜਾਂ 'ਚ ਫਸ ਜਾਂਦੇ ਆ। ਇਹਨੇ ਸੁਪਨੇ 'ਚ ਖਾਧੀਆਂ ਪੀਲਾਂ। ਉਹ ਜਦ ਤੜਕੇ ਉੱਠ ਕੇ ਗੁਰੂ ਪਿਆਰਿਓ ਕੁਰਲੀ ਕਰਦਾ ਹੈ ਤੇ ਉਹ ਪੀਲਾਂ ਦੇ ਬੀਜ ਜਿਹੜੇ ਹਨ ਇਹਦੀਆਂ ਜਾੜਾਂ ਵਿੱਚੋਂ ਨਿਕਲੇ ਆਉਂਦੇ ਆ। ਕਹੋ ਸਤਨਾਮ। ਉੱਥੇ ਬੁੱਢਾ ਹੋ ਕੇ ਮਰ ਗਿਆ ਤੇ ਫਿਰ ਇਹ ਗੁਰੂ ਸਾਹਿਬ ਕੋਲੇ ਆਇਆ ਸੀਗਾ ਤੇ ਇਹ ਇਹਨੂੰ ਸੁਪਨਾ ਆਇਆ। ਜਦ ਤੜਕੇ ਇਸ ਨੇ ਕੁਰਲਾ ਕੀਤਾ, ਦਾਤਨ ਕੀਤੀ ਤੇ ਜਾੜਾਂ ਦੇ ਵਿੱਚੋਂ ਉਹ ਅਮਰੂਦ ਦੇ ਬੀਜਾਂ ਵਰਗੇ ਬੀਜ ਨਿਕਲੇ ਤੇ ਹੈਰਾਨ ਹੋ ਗਿਆ ਵੀ ਆਇਆ ਤਾਂ ਸੁਪਨਾ ਸੀਗਾ ਤੇ ਬੀਜ ਕਿੱਥੋਂ ਆ ਗਏ। ਸੁਪਨਾ ਤਾਂ ਝੂਠਾ ਹੁੰਦਾ ਹੈ। ਤੇ ਫਿਰ ਗੁਰੂ ਸਾਹਿਬ ਜੀ ਇਸ ਨੂੰ ਕਹਿਣ ਲੱਗੇ, ਸਿੱਖਾਂ ਨੂੰ ਭੇਜਿਆ, ਜਾਓ ਰਾਜੇ ਨੂੰ ਕਹੋ ਵੀ ਆਪਾਂ ਸ਼ਿਕਾਰ ਖੇਡਣ ਚੱਲਦੇ ਹਾਂ। ਕਹੋ ਸਤਨਾਮ। ਤੇ ਸ਼ਿਕਾਰ ਤੇ ਲੈ ਗਏ ਤੇ ਸ਼ਿਕਾਰ ਤੇ ਜਦ ਗਏ ਤੇ ਗੁਰੂ ਪਿਆਰਿਓ ਗੱਲ ਹੋਈ ਚੱਲਦੇ ਚੱਲਦੇ ਵੀ ਜਿਹਦੇ ਮੂਹਰੋਂ ਸ਼ਿਕਾਰ ਉੱਠਿਆ ਉਹੀ ਉਹਨੂੰ ਮਾਰੇਗਾ, ਖਤਮ ਕਰੇਗਾ, ਸ਼ਿਕਾਰ ਕਰੇਗਾ। ਰਾਜੇ ਦੇ ਮੂਹਰੋਂ ਮਿਰਗਾ ਉਠਾ ਦਿੱਤਾ ਸਤਿਗੁਰਾਂ ਤੇ ਮਗਰ ਰਾਜਾ ਭੱਜਿਆ। ਬਾਕੀ ਸਾਰੇ ਮਗਰ ਰਹਿ ਗਏ। ਰਾਜੇ ਦੇ ਵਜ਼ੀਰ ਵੀ, ਸਤਿਗੁਰੂ ਵੀ ਤੇ ਦੂਰ ਨਿਕਲ ਗਿਆ। ਚੱਲਦਾ ਚੱਲਦਾ ਭੱਜਦਾ ਉਹਦੇ ਮਗਰ ਇੰਨੀ ਦੂਰ ਪਹੁੰਚ ਗਿਆ। ਇੱਕ ਨਗਰ ਆਇਆ ਤੇ ਨਗਰ ਦੇ ਕੋਲ ਇੱਕ ਛੱਪੜ ਹੈ ਤੇ ਛੱਪੜ ਦੇ ਕਿਨਾਰੇ ਤੇ ਛਾਵੇਂ ਇਸ ਨੇ ਜਾ ਕੇ ਘੋੜਾ ਖੜਾਇਆ। ਮਿਰਗ ਤਾਂ ਲੱਭਿਆ ਨਾ, ਮੁੜ ਕੇ ਗਵਾਚ ਗੂਚ ਗਿਆ। ਇਹ ਹੁਣ ਰਾਜਿਆਂ ਵਾਲਾ, ਇਹਦੇ ਬਾਣਾ ਪਾਇਆ, ਤਲਵਾਰ ਹੈ, ਗਾਤਰੇ। ਜਦ ਉੱਠੇ ਕੁਝ ਦਮ ਲੈਣ ਲੱਗਿਆ ਘੋੜਾ ਬੰਨ੍ਹ ਕੇ ਤੇ ਕੁਝ ਬੱਚੇ ਖੇਡਦੇ ਖੇਡਦੇ ਆ ਗਏ ਤੇ ਉਹਨਾਂ ਬੱਚਿਆਂ 'ਚੋਂ ਬੱਚੇ ਕਹਿੰਦੇ, ਓਏ
ਆ ਤਾਂ ਤੁਹਾਡਾ ਬਾਪੂ ਲੱਗਦਾ। ਕਹੋ ਸਤਨਾਮ। ਬੱਚਿਆਂ ਨੇ ਗੌਰ ਕੀਤੀ, ਹਾਂ ਯਾਰ। ਉਹ ਬੱਚੇ ਭੱਜੇ ਭੱਜੇ ਘਰੇ ਗਏ, ਬੇਬੇ ਬੇਬੇ ਬਾਪੂ ਆ ਗਿਆ। ਉਹ ਕਹਿੰਦੀ ਕਿੱਥੋਂ ਆ ਗਿਆ? ਉਹ ਕਹਿੰਦੇ ਪਤਾ ਨਹੀਂ, ਘੋੜਾ ਉਹਦੇ ਕੋਲੇ ਛੱਪੜ ਤੇ ਬੈਠਾ। ਉਹ ਰਾਜਾ ਵੀ ਗੌਰ ਕਰਦਾ ਰਾਤ ਦੇ ਸੁਪਨੇ ਨਾਲ ਮਿਲਾ ਕੇ ਵੀ ਇੱਥੇ ਤਾਂ ਮੈਂ ਸੂਰਾਂ ਨੂੰ ਪਾਣੀ ਪਿਆਉਂਦਾ ਰਿਹਾ। ਕਹੋ ਸਤਨਾਮ। ਸੁਪਨੇ ਵਿੱਚ ਤੇ ਜਿਹੜੇ ਜਵਾਕ ਰੌਲਾ ਪਾਉਂਦੇ ਸੀ ਉਹ ਜਵਾਕ ਵੀ ਸੁਪਨੇ ਵਾਲੇ ਸਾਰੇ। ਤੇ ਇੰਨੀ ਉਹ ਘਰ ਵਾਲੀ ਵੀ ਆ ਗਈ, ਕਹਿਣ ਲੱਗੀ ਮਹਾਰਾਜ ਤੁਸੀਂ ਇੱਥੇ ਕਿਵੇਂ? ਚਲੋ ਘਰੇ ਚੱਲੀਏ। ਕਹਿੰਦਾ ਤੁਸੀਂ ਕੌਣ ਹੋ? ਉਹ ਕਹਿੰਦੀ ਲੈ ਆ ਜਵਾਕ ਤੇਰੇ ਆ, ਤੂੰ ਭੁੱਲ ਗਿਆ ਹੁਣ ਮੈਂ ਤੇਰੀ ਘਰ ਵਾਲੀ ਆ। ਕਹਿੰਦਾ ਨਹੀਂ ਨਹੀਂ ਮੈਂ ਤੇਰੇ ਘਰ ਵਾਲਾ ਨਹੀਂ ਹੈਗਾ, ਕੋਈ ਹੋਰ ਹੋਣਾ। ਕਹਿੰਦੀ ਲੈ ਐ ਭੁੱਲਦੇ ਆ ਅਸੀਂ? ਕਹਿੰਦਾ ਮੈਂ ਰਾਜਾ। ਕਹਿੰਦੀ ਪਤਾ ਨਹੀਂ ਕਿੱਥੋਂ ਕਿਰਪਾਨ ਲੈ ਕੇ ਆ ਗਿਆ, ਅੱਜ ਲੰਮਾ ਜਿਹਾ ਝੋਲਾ ਪਾ ਲਿਆ ਤੇ ਕਹਿੰਦਾ ਮੈਂ ਰਾਜਾ। ਕਹੋ ਸਤਨਾਮ। ਘਰੇ ਚੱਲ। ਰੌਲਾ ਪੈ ਗਿਆ, ਪਿੰਡ ਵਾਲੇ ਇਕੱਠੇ ਹੋ ਗਏ। ਪਿੰਡ ਵਾਲੇ ਵੀ ਕਹਿੰਦੇ ਭਾਈ ਸਾਹਿਬ ਆਪਦੇ ਜਵਾਕ ਸੰਭਾਲੋ, ਠੀਕ ਆ ਤੂੰ ਕਿਤੇ ਗਿਆ ਹੋਏਗਾ। ਮੰਨਣ ਨਾ, ਘੇਰਾ ਪਾ ਲਿਆ। ਰਾਜਾ ਘਬਰਾ ਗਿਆ ਤੇ ਹੁਣ ਅਰਦਾਸਾਂ ਕਰਦਾ ਵੀ ਹੇ ਗੁਰੂ ਅਰਜਨ ਦੇਵ ਇੱਥੋਂ ਕੱਢੋ ਮੈਨੂੰ। ਕਹੋ ਸਤਨਾਮ। ਇਤਨੇ ਸਤਿਗੁਰੂ ਵੀ ਹੌਲੀ ਹੌਲੀ ਮਗਰ ਪਹੁੰਚ ਗਏ ਤੇ ਮਗਰ ਪਹੁੰਚੇ ਤੇ ਇਕੱਠ ਜੇ ਦੇ ਵਿੱਚ ਪਹੁੰਚੇ ਵੀ ਕੀ ਹੋ ਗਿਆ ਭਾਈ? ਪਿੰਡ ਵਾਲੇ ਕਹਿੰਦੇ ਜੀ ਇਹ ਬੰਦਾ ਜਿਹੜਾ ਨਾ ਸਾਡਾ ਸੂਰਾਂ ਵਾਲਾ ਹੈ। ਅੱਛਾ ਕਿਉਂ ਭਾਈ? ਕਹਿੰਦਾ ਜੀ ਤੁਹਾਡੇ ਨਾਲ ਤਾਂ ਆਇਆ ਮੈਂ ਰਾਜਾ ਮੰਡੀ ਵਾਲਾ। ਕਹੋ ਸਤਨਾਮ। ਕਹਿੰਦੇ ਵੇਖ ਭਾਈ ਸਾਨੂੰ ਨਹੀਂ ਪਤਾ, ਜੇ ਤੂੰ ਇਹਨਾਂ ਤੇ ਜਾ ਘਰੇ ਜਵਾਕਾਂ ਕੋਲੇ। ਕਹਿੰਦੇ ਮਹਾਰਾਜ ਤੁਸੀਂ ਵੀ। ਕਹਿੰਦੇ ਫਿਰ ਮੈਨੂੰ ਕੀ ਪਤਾ ਹੁਣ ਇਹ ਕਹਿੰਦੇ ਇੰਨੇ ਲੋਕ। ਕਹਿੰਦੇ ਮਹਾਰਾਜ ਮੈਂ ਤੁਹਾਡੇ ਨਾਲ, ਮੈਨੂੰ ਕੱਢੋ ਇੱਥੋਂ, ਮੈਂ ਤਾਂ ਫਸ ਗਏ ਤਾਂ ਸੂਰਾਂ ਵਾਲੇ ਆ। ਹੁਣ ਰਾਤ ਵਾਲੀ ਜੇ ਸੁਪਨਾ ਦੱਸ ਦੇਵੇ ਨਾ ਫਿਰ ਤਾਂ ਪੱਕੇ ਪੈ ਜਾਂਦੀ ਗੱਲ, ਪਰ ਸੁਪਨਾ ਲੁਕੋ ਲਿਆ। ਗੁਰੂ ਸਾਹਿਬ ਨੂੰ ਸੁਪਨੇ ਦਾ ਵੀ ਪਤਾ। ਕਹੋ ਸਤਨਾਮ। ਜਦੋਂ ਏਦਾਂ ਰੌਲਾ ਪਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰਾਜਾ ਸਾਹਿਬ ਦੇਖ ਲਓ ਤੁਸੀਂ ਇਹਨਾਂ ਦੇ ਹੋਵੋਗੇ। ਕਹਿੰਦਾ ਜੀ ਮੈਂ ਇਹਨਾਂ ਦਾ ਨਹੀਂ। ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਬੰਦੇ ਨੂੰ ਕੀ ਹੋਇਆ ਸੀਗਾ? ਕਹਿੰਦੇ ਜੀ ਸਾਡਾ ਬੰਦਾ ਮਰ ਗਿਆ ਸੀ, ਵੈਸੇ ਫਿਰ ਕੀ ਕੀਤਾ? ਕਹਿੰਦੇ ਜੀ ਸਾਡੇ ਸੰਸਕਾਰ ਨਹੀਂ ਕਰਦੇ, ਜੰਗਲ ਵਿੱਚ ਸਿੱਟ ਦਿੰਦੇ ਆ, ਨੱਪ ਦਿੰਦੇ ਆ ਕਿਧਰੇ। ਕਹਿੰਦੇ ਫਿਰ ਜਿੱਥੇ ਨੱਪਿਆ ਉੱਥੇ ਲੱਭ ਕੇ ਦੇਖ ਲਓ, ਕੀ ਪਤਾ ਉਹਦੇ ਨਾਲ ਦਾ ਲੱਗਦਾ ਹੋਵੇ। ਕਹੋ ਸਤਨਾਮ। ਤੇ ਉੱਥੋਂ ਪੱਟੀ ਜਾ ਕੇ ਕਬਰ ਉਹਨਾਂ ਨੇ ਉਹਦੇ ਵਿੱਚੋਂ ਨਿਕਲਿਆ। ਕਹਿੰਦੇ ਛੱਡ ਤਾ ਪਿਆ। ਕਹਿੰਦੇ ਫਿਰ ਅਸੀਂ ਸੋਚਿਆ ਜੀ ਕਿਤੇ ਕਬਰ ਤੋਂ ਨਿਕਲ ਕੇ ਭੱਜ ਗਿਆ ਹੋਣਾ। ਕਹੋ ਸਤਨਾਮ। ਕਹਿੰਦੇ ਫਿਰ ਜਦ ਵਾਪਸ ਆਏ ਰਾਜੇ ਨੂੰ ਕਹਿੰਦੇ ਕਿਉਂ ਰਾਜਾ ਸਾਹਿਬ? ਕਹਿੰਦੇ ਜੀ ਤੁਹਾਡੀਆਂ ਤੁਸੀਂ ਜਾਣੋ। ਫਿਰ ਕਹਿੰਦੇ ਸੱਚ ਹੈ ਕਹਾਣੀ? ਕਹਿੰਦੇ ਸੱਚੀ ਗੱਲ ਦੱਸਾਂ ਮੈਂ ਤੁਹਾਨੂੰ ਇਕੱਲੇ ਨੂੰ ਦੱਸਦਾ ਵੀ ਇਹੀ ਰਾਤ ਸੁਪਨਾ ਆਇਆ। ਕਹੋ ਸਤਨਾਮ। ਮੈਂ ਰਾਜ ਭੋਗ ਕੇ ਮਰ ਗਿਆ ਤੇ ਮੁੜ ਕੇ ਸੂਰਾਂ ਵਾਲਿਆਂ ਦੇ ਘਰੇ ਪੈਦਾ ਹੋ ਗਿਆ। ਆ ਸੁਪਨੇ ਵਾਲੀ ਇਸਤਰੀ ਸੀਗੀ ਤੇ ਸੁਪਨੇ ਵਾਲੇ ਬੱਚੇ ਸੀ ਤੇ ਉਹ ਸੁਪਨੇ ਵਾਲਾ ਪਿੰਡ ਆ ਮਹਾਰਾਜ। ਇਹ ਕੀ ਕਹਾਣੀ ਹੈ? ਕਹਿੰਦੀ ਉਹੀ ਕਹਾਣੀ ਹੈ ਜਿਹੜਾ ਕੱਲ ਤਰਕ ਕੀਤਾ ਸੀ ਸ਼ਬਦ ਤੇ, ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਗੁਰੂ ਕੋਲੇ ਆ ਕੇ ਨਮਸਕਾਰ ਕਰਨ ਤੇ ਤੇਰਾ ਇੱਕ ਜਨਮ ਅਸੀਂ ਇਹ ਕੰਗਾਲੀ ਵਾਲਾ ਕੱਟ ਤਾ। ਕਹੋ ਸਤਨਾਮ। ਔਰ ਤੈਨੂੰ ਤਜਰਬਾ ਵੀ ਕਰਾ ਦਿੱਤਾ ਹੈ। ਹੁਣ ਦੱਸ। ਕਹਿੰਦਾ ਜੀ ਠੀਕ ਹੈ, ਤਸੱਲੀ ਹੋ ਗਈ। ਵਾਕਿਆ ਹੀ ਗੁਰੂ ਦੇ ਵਿੱਚ ਇਹ ਪਾਵਰ ਹੈ ਕਿ ਉਹ ਸਾਡੇ ਕਰਮਾਂ ਨੂੰ ਕੱਟ ਕੇ, ਮਾੜੇ ਪਾਪਾਂ ਨੂੰ ਕਰਮਾਂ ਨੂੰ ਕੱਟ ਕੇ ਪਰਮੇਸ਼ਰ ਨਾਲ ਮਿਲਾਉਣ ਦੇ ਗੁਰੂ ਪਿਆਰਿਓ ਕਾਬਲ ਹੈ। ਗੁਰੂ ਮਿਲਾ ਸਕਦਾ ਹੈ। ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਇਸ ਬਾਣੀ ਦੇ ਅਰਥ ਦੱਸ ਕੇ ਸਿੱਖ ਨੂੰ ਪੂਰਾ ਹੀ ਰਸਤੇ ਪਾ ਦਿੱਤਾ ਜੀ। ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ। ਬਾਣੀ ਪੜ੍ਹਨ ਵਾਲਿਆਂ ਉੱਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਪੂਰਨ ਕਿਰਪਾ ਕੀਤੀ ਹੈ। ਇਹ ਬਹੁਤ ਕਿਰਪਾ ਕੀਤੀ ਹੈ, ਗੁਰੂ ਦਾ ਪ੍ਰਤਾਪ ਹੈ। ਦੇਖ ਬੜੇ ਦੇ ਲਿਖ ਸੁਣੇ ਕਰ ਪੂਜਾ ਗੁਰ ਜਾਪ। ਇਸ ਕਰਕੇ ਬਾਣੀ ਨੂੰ ਦੇਖ ਕੇ ਪੜੋ। ਬਾਣੀ ਦੇ ਪੋਥੀਆਂ ਵੀ ਲਿਖ ਲਓ ਜੇ ਲਿਖ ਸਕਦੇ ਹੋ ਤਾਂ। ਦੇਖੇ, ਪੜ੍ਹੇ, ਲਿਖੇ, ਸੁਣੇ। ਗੁਰੂ ਦੀ ਪੂਜਾ ਇੱਥੇ ਕੋਈ ਧੂਪ ਦਿਖਾਉਣਾ ਨਹੀਂ। ਪੂਜਾ ਗੁਰੂ ਦੇ ਨਾਲ ਪ੍ਰੀਤ ਕਰਨੀ ਹੈ, ਪਿਆਰ ਕਰਨਾ ਹੈ। ਚੌਰ ਸਾਹਿਬ ਕਰਨਾ ਵੀ ਪੂਜਾ ਹੈ, ਦਰੀਆਂ ਝਾੜਨੀਆਂ ਵੀ ਪੂਜਾ ਹੈ। ਭਾਵ ਸੇਵਾ। ਪੂਜਾ ਤੋਂ ਮਤਲਬ ਸੇਵਾ। ਗੁਰੂ ਦੀ ਸੇਵਾ ਤੇ ਸਿਮਰਨ ਜਿਹੜਾ ਕਰਦਾ ਹੈ, ਗੁਰੂ ਦੇ ਇਸ ਪਵਿੱਤਰ ਸ਼ਬਦ ਦਾ ਜਾਪ ਕਰਦਾ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਪੁਰਾਣੇ ਸਮਿਆਂ ਦੇ ਵਿੱਚ ਜਪਜੀ ਸਾਹਿਬ ਦੀਆਂ ਪੋਥੀਆਂ ਲਿਖ ਕੇ, ਜਿਹੜਾ ਗੁਟਕਾ ਸ਼ਬਦ ਹੈ ਮੈਂ ਵਰਤਦਾ ਨਹੀਂ ਜਾਣ ਕੇ, ਕਿਉਂਕਿ ਗੁਟਕਾ ਸ਼ਬਦ ਹੈ ਜਿਹੜਾ ਇਹ ਹੋਰ ਕਈ ਚੀਜ਼ਾਂ ਵਾਸਤੇ ਵਰਤਿਆ ਜਾਂਦਾ ਹੈ। ਅਸਲ ਵਿੱਚ ਸ਼ਬਦ ਪੋਥੀ ਹੈ, ਗੁਰਬਾਣੀ ਦੀਆਂ ਪੋਥੀਆਂ ਦਾ ਨਾਮ। ਜੋ ਜਪਜੀ ਸਾਹਿਬ ਦੇ ਨਿਤਨੇਮ ਦੀਆਂ ਪੋਥੀਆਂ, ਉਹਨਾਂ ਦਾ ਨਾਮ ਅਸਲੀ ਨਾਮ ਪੋਥੀ ਹੈ। ਗੁਰਬਾਣੀ ਦਾ ਪਹਿਲਾ ਨਾਮ ਪੋਥੀ ਸਾਹਿਬ ਸੀਗਾ।
ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ। ਜਦੋਂ ਇਹ 4 ਭਾਗਾਂ ਵਿੱਚ ਸੀਗੀ, ਫਿਰ ਜਦੋਂ ਇੱਕ ਭਾਗ ਵਿੱਚ ਕਰਤੀ, ਇਕੱਤਰ ਕਰਤੀ ਬਾਣੀ ਸਾਰੀ, ਫਿਰ ਇਹ ਬੀੜ ਹੋ ਗਈ। ਬੀੜ ਸ਼੍ਰੀ ਗ੍ਰੰਥ ਸਾਹਿਬ ਜੀ ਭਾਵ ਇਕੱਤਰ ਕਰਤੀ ਬਾਣੀ ਭਾਈ ਗੁਰਦਾਸ ਦੇ ਕਹਿਣ ਤੇ, ਕਿਉਂਕਿ ਕੁਝ ਲੋਕ ਆਪਦੀ ਮਨਮਤ ਦੇ ਸ਼ਬਦ ਉਚਾਰ ਕੇ ਲਿਖੀ ਜਾਂਦੇ ਸੀ, ਥੱਲੇ ਨਾਨਕ ਲਿਖ ਦਿੰਦੇ ਸੀਗੇ। ਤਾਂ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਦੇ ਬੱਚੇ ਜਿਹੜੇ ਅੱਗੇ ਆਉਂਦੇ, ਉਹਨਾਂ ਨੂੰ ਭੁਲੇਖਾ ਪੈ ਜਾਂਦਾ। ਭਾਈ ਗੁਰਦਾਸ ਜੀ ਨੇ ਇੱਕ ਦਿਨ ਵੇਖਿਆ ਕਿ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਕੁਝ ਲਿਖਦਾ ਹੈ ਤੇ ਥੱਲੇ ਨਾਨਕ ਮੋਹਰ ਲਾ ਦਿੰਦਾ, ਜਿਵੇਂ ਬਾਣੀ ਵਿੱਚ ਹਰ ਸ਼ਬਦ ਵਿੱਚ ਨਾਨਕ ਲੱਗਿਆ ਹੋਇਆ, ਕੋਈ ਸਤਨਾਮ। ਫਿਰ ਉਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਕੁਝ ਲੋਕ ਆਪਦੀ ਮਨਮਤ ਦੇ ਸ਼ਬਦ ਲਿਖ ਕੇ ਨਾਨਕ ਮੋਹਰ ਲਾ ਦਿੰਦੇ ਆ, ਤਾਂ ਭੁਲੇਖਾ ਪੈ ਜੀ ਸੰਗਤ ਨੂੰ ਕਿਹੜੀ ਕੱਚੀ ਹੈ ਤੇ ਕਿਹੜੀ ਸੱਚੀ ਬਾਣੀ ਹੈ। ਕੁਛ ਕਰੀਏ। ਪਾਤਸ਼ਾਹ ਕਹਿੰਦੇ ਆਪਾਂ ਆਪਣੀ ਬਾਣੀ ਇਕੱਤਰ ਕਰ ਦਿੰਦੇ ਆ, ਬਾਕੀ ਆਪੇ ਪਾਸੇ ਹੋ ਜਾਊਗੀ, ਕਹੋ ਸਤਨਾਮ। ਕੀ ਕਹਿੰਦੇ ਭਾਈ ਸਾਹਿਬ ਜੀ, ਮਿਹਰਬਾਨ ਪੁੱਤਰ ਪ੍ਰਿਥੀਏ ਦਾ ਤਿੰਨ ਪੀ ਬਾਣੀ ਬਹੁਤ ਬਣਾਈ, ਮੋਹਰ ਭੋਗ ਸ਼੍ਰੀ ਨਾਨਕ ਕਾ ਪਾਈ। ਭਾਵ ਭੋਗਦਾ ਹੁੰਦਾ ਸ਼ਬਦ ਦੇ ਅਖੀਰ ਤੇ ਨਾਨਕ ਲਿਖ ਦਿੰਦਾ, ਕਹੋ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਿੱਖ ਸੰਗਤਾਂ ਜਪਜੀ ਸਾਹਿਬ ਦੀਆਂ ਪੋਥੀਆਂ ਲਿਖ ਲੈ ਕੇ ਅੱਗੇ ਸੰਗਤਾਂ ਨੂੰ ਵੰਡਿਆ ਕਰਦੀ ਸੀ। ਕਲਯੁਗ ਮੇਂ ਚੌ ਵਰਨ ਕੋ ਚਾਰ ਭਾਂਤ ਕਾ ਜਾਪ। ਕਲਯੁਗ ਦੇ ਵਿੱਚ 4 ਤਰ੍ਹਾਂ ਦੇ ਨਾਲ ਇਹ ਜਪਜੀ ਸਾਹਿਬ ਦਾ ਜਾਪ ਹੋ ਸਕਦਾ ਹੈ। ਪਰਮਤਮਾ ਵੇਦ ਕਹਿ ਬੇਅੰਤੀ ਜਿਸ ਮਾਪ। ਕਿੱਥੇ ਕਿੱਥੇ ਪਰਾ ਮਧਮਾ ਬੈਖਰੀ ਤੇ ਪਸ਼ਯੰਤੀ, ਇਹ 4 ਥਾਵਾਂ ਦੇ ਉੱਤੇ ਜਾਪ ਹੁੰਦਾ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਧੁਨੀ ਦੇ ਵਿੱਚ ਵੀ ਜਾਪ ਚੱਲਦਾ ਹੈ, ਹਿਰਦੇ ਵਿੱਚ ਵੀ ਚੱਲਦਾ ਹੈ, ਮੁਖ ਵਿੱਚ ਵੀ ਚੱਲਦਾ ਹੈ, ਤੇ ਪਰਾ ਹੈ ਸੁਰਤ ਵਿੱਚ। ਮਹਾਂਪੁਰਸ਼ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਕਹਿੰਦੇ ਹਨ, ਜੀਵ ਨਾ ਹੱਲੇ ਬੁੱਲ ਨਾ ਪਰਖੇ, ਬੁੱਲ ਨਾ ਫਰਕੇ, ਜੀਵ ਨਾ ਹੱਲੇ ਬੁੱਲ ਨਾ ਫਰਕੇ, ਅਸਲੀ ਸਿਮਰਨ ਸੋਈ। ਭਾਵ ਜਦੋਂ ਸੁਰਤ ਵਿੱਚ ਸ਼ਬਦ ਚੱਲ ਪਿਆ ਨਾ, ਫਿਰ ਉਹ ਸਿਮਰਨ ਦਾ ਮੂੰਹ ਨਾਲ ਇੱਕ ਵਾਰੀ ਵਾਹਿਗੁਰੂ ਕਹੋ, ਮੂੰਹ ਨਾਲ 1000 ਵਾਰੀ ਕਹੋ, ਤੇ ਉੱਥੇ ਇੱਕ ਵਾਰੀ ਕਿਹਾ ਜਾਵੇ, ਓਨਾ ਫਲ ਇਹਦਾ ਮਿਲ ਜਾਂਦਾ ਹੈ। ਭਾਵ ਸੁਰਤ ਵਿੱਚ ਸ਼ਬਦ ਨੂੰ ਚੜਾਉਣਾ। ਜਿਵੇਂ ਚੈਨ ਚੜ ਜਾਂਦੀ ਹੈ ਸਾਈਕਲ ਦੇ, ਫਿਰ ਆਪੇ ਕੜੀਆਂ ਆਈ ਜਾਂਦੀਆਂ ਅੱਗੇ ਤੋਂ ਅੱਗੇ, ਕਹੋ ਸਤਨਾਮ। ਜਦੋਂ ਸੁਰਤ ਵਿੱਚ ਸ਼ਬਦ ਵਾਹਿਗੁਰੂ ਵਸ ਗਿਆ, ਜਪਜੀ ਸਾਹਿਬ ਵਸ ਗਿਆ, ਫਿਰ ਤੁਹਾਨੂੰ ਕੁਝ ਨਹੀਂ ਕਰਨਾ ਪੈਣਾ, ਉਹ ਆਟੋਮੈਟਿਕ ਹੀ 24 ਘੰਟੇ ਹੋਣ ਲੱਗ ਜਾਣਾ ਹੈ। ਫਿਰ ਕਬੀਰ ਸਾਹਿਬ ਜੀ ਉਸ ਅਵਸਥਾ ਵਿੱਚ ਜਾ ਕੇ ਕਹਿੰਦੇ ਨੇ, ਮਾਲਾ ਫੇਰੂ ਨਾ ਹਰ ਭਜੂ, ਮੁਖ ਤੇ ਕਹੂ ਨਾ ਰਾਮ, ਮੇਰਾ ਰਾਮ ਮੁਝ ਕੋ ਭਜੇ ਤਾਂ ਪਾਉ ਵਿਸ਼ਰਾਮ। ਹੁਣ ਅੰਦਰ ਬੈਠਾ ਆਪੇ ਜਪੀ ਜਾਂਦਾ, ਕਹੋ ਸਤਨਾਮ। ਮੇਰਾ ਰਾਮ ਭਾਵ ਮੇਰੀ ਆਤਮਾ, ਮੇਰਾ ਮਨ ਹੁਣ ਆਪੇ ਮੈਨੂੰ ਯਾਦ ਕਰਦਾ ਹੈ, ਆਪ ਜਪਦਾ ਹੈ। ਇਸ ਕਰਕੇ ਇਹ 4 ਤਰ੍ਹਾਂ ਦੇ ਨਾਲ ਜਪਜੀ ਸਾਹਿਬ ਦਾ ਜਾਪ ਕਰ ਸਕਦੇ ਹਾਂ। ਬੈਖਰੀ ਚਾਰੇ ਥਾਨ ਮੈਂ ਤਨ ਮੇ ਕਰੋ ਵਾਸ। ਬੈਖਰੀ ਜਿਹੜੀ ਹੈ ਸਰੀਰ ਦੇ ਵਿੱਚ 4 ਥਾਵਾਂ ਤੇ ਹੈ, ਕਿਤੇ ਆਵਾਜ਼ ਬਰੀਕ ਹੈ, ਕਿਤੇ ਉੱਚੀ ਹੈ। ਪ੍ਰਗਟ ਹੋਤ ਮੁਖ ਮੇ ਬਸੈ, ਸਭ ਨਰ ਕਰਤ ਪ੍ਰਕਾਸ਼। ਇਹ ਬੈਖਰੀ ਭਾਸ਼ਾ ਜਿਹੜੀ ਹੈ, ਬੈਖਰੀ ਬਾਣੀ ਜਿਹੜੀ ਹੈ, ਇਹਦਾ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਉੱਚੀ ਬੋਲਦੇ ਹਾਂ, ਜਿਵੇਂ ਮੈਂ ਬੋਲ ਰਿਹਾ। ਵੈਸੇ ਇਹ ਆਵਾਜ਼ ਧੁਨੀ ਵਿੱਚ ਵੀ ਬਹੁਤ ਬਰੀਕ ਹੈ, ਹਿਰਦੇ ਵਿੱਚ ਵੀ ਬਰੀਕ ਹੈ, ਗਲੇ ਵਿੱਚ ਵੀ ਹੈ, ਪਰਾਂ ਦੇ ਵਿੱਚ ਤਾਂ ਬਹੁਤ ਹੀ ਬਰੀਕ ਹੈ। ਪਰ ਬੈਖਰੀ ਇਹਨੂੰ ਤਾਂ ਕਹਿੰਦੇ ਆ ਜਦੋਂ ਇੱਥੋਂ ਆ ਕੇ ਪ੍ਰਗਟ ਹੁੰਦੀ ਹੈ, ਭਾਵ ਆਪਾਂ ਉੱਚੀ ਬੋਲਦੇ ਹਾਂ। ਨਾਭੀ ਪਹਿਲੇ ਹਿਰਦੇ ਦੋਏ, ਕੰਠ ਤ੍ਰਿਤੀ ਮੁਖ ਬੋਲ। ਪਹਿਲਾ ਨਾਭੀ ਦੇ ਵਿੱਚ, ਫਿਰ ਦੂਸਰੀ ਹਿਰਦੇ ਵਿੱਚ, ਹਿਰਦੇ ਵਿੱਚ, ਤੀਸਰੀ ਕੰਠ ਵਿੱਚ, ਕੰਠ ਵਿੱਚੋਂ ਮੁਖ ਵਿੱਚ। ਜਾਂ ਕੋ ਪਟ ਪਲ ਅਦ ਕੋਏ, ਇਹੀ ਜਪ ਕੋ ਮੋਲ। ਜਿੱਥੇ ਵੀ ਤੁਸੀਂ ਜਪੋਗੇ ਉਸੇ ਦਾ ਫਲ ਹੈ। ਜਿੱਥੇ ਵੀ ਜਪੋਗੇ 1, 10, 100 ਤੇ 1000, ਇਹ 4 ਹਿੱਸਿਆਂ ਦਾ ਫਲ ਮਿਲਣਾ ਹੈ। ਜਪ ਜਪਾ ਜਪ ਪਠੋ, ਤਿਜ ਪਰ ਕੁਲ ਨੰਦ ਨੰਦ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਇੱਕ ਆਨੰਦ ਚੰਦ ਸਤਿਗੁਰਾਂ ਦੇ ਕੋਲ ਇੱਕ ਸਿੱਖ ਵੀ ਸੀਗਾ, ਪੰਡਤ ਆਨੰਦ ਚੰਦ। ਤਾਂ ਗੁਰੂ ਪਿਆਰਿਓ ਕਹਿਣ ਲੱਗੇ, ਉਹ ਦਿਜਵਰ ਕੁਲ ਦੇ ਪੁੱਤਰ, ਇਹ ਜਪਜੀ ਸਾਹਿਬ ਨੂੰ ਅਜੱਪਾ ਜਾਪ ਤੱਕ ਲੈ ਜਾਓ। ਪਹਿਲਾਂ ਤਾਂ ਯਾਦ ਕਰੋ ਉੱਚੀ ਬੋਲ ਬੋਲ ਕੇ, ਔਰ ਬੜਾ ਸੌਖਾ ਹੈ। ਜਿਹੜੀਆਂ ਪੌੜੀਆਂ ਨਾ ਜਪਜੀ ਸਾਹਿਬ ਦੀਆਂ, ਬੜੀ ਕੜੀ ਢੰਗ ਨਾਲ ਜੋੜੀ ਹੈ।
ਕਿ ਆਟੋਮੈਟਿਕ ਹੀ ਇਹ ਸਾਡੇ ਬਹੁਤ ਜਲਦੀ ਯਾਦ ਹੋ ਜਾਊਗਾ ਮੂੰਹ ਜ਼ਬਾਨੀ, ਤੇ ਅਗਲੀ ਪੌੜੀ ਆਪੇ ਹੀ ਚੱਲ ਪੈਂਦੀ ਆ ਜਦੋਂ ਯਾਦ ਹੋ ਗਿਆ। ਕੋਈ ਸਤਨਾਮ, ਅਗਲੀ ਪੌੜੀ ਆਪੇ ਸਾਹਮਣੇ ਆ ਜਾਂਦੀ ਆ। ਤਾਂ ਇਸ ਤਰ੍ਹਾਂ ਕਹਿੰਦੇ ਇਸ ਨੂੰ ਜਾਪ ਨੂੰ ਕਰਕੇ ਤੇ ਇਸ ਨੂੰ ਅਜੱਪਾ ਜਾਪ 'ਚ ਲੈ ਜਾਓ। ਅਜੱਪਾ ਜਾਪ ਨਾ ਵਿਸਰੈ ਆਰ ਜੁਗਾਰ ਸਮਾਏ, ਭਾਵ ਉੱਥੇ ਲੈ ਜਾਓ ਜਿੱਥੇ ਜੀਵ ਤੇ ਬੁੱਲਾਂ ਦਾ ਕੰਮ ਵੀ ਖਤਮ ਹੋ ਜਾਵੇ। ਤੇ ਅਖੀਰ ਵੇਲੇ ਸਾਨੂੰ ਉਸੇ ਨਹੀਂ ਕੰਮ ਦੇਣਾ, ਕਿਉਂਕਿ ਮਰਨ ਵੇਲੇ ਸਾਡੇ ਇਹਨਾਂ ਇੰਦਰੀਆਂ ਨੇ ਜਵਾਬ ਦੇਣਾ। ਕਫ ਕੰਠ ਬਰੂਦੋ, ਗਲਾ ਰੇਸ਼ੇ ਨਾਲ ਭਰ ਗਿਆ। ਕਫ ਕੰਠ ਬਰੂਦੋ ਨੈਣੋ ਨੀਰ ਧਰੇ, ਤਵਰੇ ਧਰਮ ਕੀ ਆਸ ਕਰੇ। ਉਦੋਂ ਕਹਿੰਦਾ ਮੇਰਾ ਧਰਮ ਨਿਭ ਜਾਵੇ, ਉਦੋਂ ਤਾਂ ਨਿਭੂਗਾ ਜੇ ਵਾਹਿਗੁਰੂ ਮੰਤਰ ਨੂੰ ਜਾਂ ਪਾਠ ਨੂੰ ਆਪਣੀ ਸੁਰਤ ਵਿੱਚ ਲੈ ਜਾਓ ਜਦੋਂ ਜਵਾਨੀ ਵਿੱਚੋਂ, ਤਾਂ ਬੁਢਾਪੇ ਦੇ ਵਿੱਚ ਬਿਨਾਂ ਹੀ ਬੋਲਿਆਂ ਤੁਸੀਂ ਜਾਪ ਕਰਦੇ ਰਹੋਗੇ। ਸਰੀਰ ਛੱਡਣ ਵੇਲੇ ਤੁਹਾਡੇ ਨਾਲ ਇਹ ਜਾਪ ਹੀ ਜਾਵੇਗਾ ਔਰ ਇਹ ਤੁਹਾਨੂੰ ਜਮਾ ਤੋਂ ਅੱਗੇ ਲੈ ਜਾਵੇਗਾ। ਗੁਰ ਅਰਜਨ ਡਿਗ ਦਾਸ ਕੋ ਪਾਇਓ ਪਰਮਾਨੰਦ। ਤਾਂ ਦਾਸ ਇੱਥੇ ਆਪਣੇ ਆਪ ਨੂੰ ਕਹਿ ਰਿਹਾ ਹੈ, ਕਹਿੰਦਾ ਮੈਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਰਹਿ ਕੇ ਇਸ ਪਰਮ ਆਨੰਦ ਨੂੰ ਪ੍ਰਾਪਤ ਕੀਤਾ ਜੀ। ਇਸ ਵਿਦ ਪੰਡਤ ਪਿੰਡੀ ਲਾਲ, ਵਿਧੀ ਚੰਦ ਨੰਦ ਲਾਲ ਗੋਪਾਲ। ਤੋ ਇਸ ਤਰ੍ਹਾਂ ਇਹ ਪੰਡਤ ਜੋ ਸਤਿਗੁਰਾਂ ਦੇ ਕੋਲ ਬੈਠੇ ਸਨ, ਪਿੰਡੀ ਲਾਲ, ਵਿਧੀ ਚੰਦ, ਨੰਦ ਲਾਲ ਗੋਪਾਲ, ਖਾਨ ਚੰਦ, ਆਲਮ ਸ਼ਾਹ, ਸਾਧ ਮਦਨ, ਗਿਰ ਸੁਣਤ ਅਮਾਹੂ, ਇਹ ਸਾਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਬੈਠ ਕੇ ਆਨੰਦ ਮਾਣਦੇ ਸਨ ਦੋਹਰਾ। ਮਾਨਿਓ ਗੁਰ ਤੇ ਰਾਤ ਕੋ ਉਡਿਓ ਬਿਹੰਗਮ ਭਾਂਤ। ਔਰ ਸਤਿਗੁਰਾਂ ਨੇ ਸੁਪਨੇ ਵਿੱਚ ਇਹਨੂੰ ਇੱਕ ਤਜਰਬਾ ਦਿਖਾਇਆ ਇਸ ਪੰਡਤ ਨੂੰ। ਕਹਿਣ ਲੱਗਿਆ ਮੈਂ ਰਾਤ ਨੂੰ ਪੰਛੀ ਦੀ ਤਰ੍ਹਾਂ ਉੱਡਿਆ। ਭੇਟਿਓ ਕੋਇਕ ਪੂਰਨ ਤਾਹਾਂ, ਪੁੱਛਿਓ ਪੁਨ ਕੋ ਸ਼ਾਂਤ। ਔਰ ਇਸ ਤਰ੍ਹਾਂ ਮੈਂ ਸਤਿਗੁਰੂ ਅਰਜਨ ਦੇਵ ਜੀ ਨੂੰ ਮਿਲ ਕੇ ਪੁੱਛਿਆ ਸੀ ਕਿ ਮਰਨ ਵੇਲੇ ਕਿਹੜਾ ਪਾਠ ਕੀਤਾ ਜਾਵੇ ਕਿ ਉਸ ਪਰਮ ਪੁਰਖ ਪਰਮਾਤਮਾ ਨਾਲ ਮਿਲਿਆ ਜਾਵੇ ਜੀ। ਤਿੰਨ ਵਾਰ ਗੁਰ ਇਵ ਕਹੀ, ਇਹ ਜਪ ਰਤਨ ਅਮੋਲ। 3 ਵਾਰੀ ਗੁਰੂ ਸਾਹਿਬ ਜੀ ਨੇ ਕਿਹਾ ਜਪਜੀ ਸਾਹਿਬ, ਜਪਜੀ ਸਾਹਿਬ। ਉਹ ਜਪਜੀ ਸਾਹਿਬ ਜਪਿਆ ਕਰੋ, ਇਹ ਤਾਂ ਅਮੋਲਕ ਹੀਰਾ ਬਾਬੇ ਨਾਨਕ ਨੇ ਦਿੱਤਾ ਤੁਹਾਨੂੰ। ਕਿਤਨੀ ਸੌਖੀ ਬਾਣੀ ਆ, ਕਿਤਨੀ ਜਲਦੀ ਯਾਦ ਹੋਣ ਵਾਲੀ ਆ, ਕੰਠ ਹੋਣ ਵਾਲੀ ਆ। ਬਾਣੀ ਕੰਠ ਤੇ ਪੈਸਾ ਗੰਠ, ਇਹ ਦੋਨੇ ਕੰਮ ਦਿੰਦੇ ਆ। ਕੋਈ ਸਤਨਾਮ, ਪੈਸਾ ਜੇਬ 'ਚ ਹੋਵੇ ਔਰ ਬਾਣੀ ਯਾਦ ਹੋਵੇ ਤੇ ਦੋਨੇ ਹੀ ਕੰਮ ਕਰਨ ਵਾਲੇ ਹਨ। ਜਾਤੇ ਮੁਝ ਕੋ ਭੇਟਿਓ, ਇਹ ਅੰਤ ਕੋ ਚੋਲ। ਤਾਂ ਦੇ ਸਿੱਖੋ ਮੇਰਾ ਗੁਰੂ ਦੇ ਨਾਲ ਮਿਲਾਪ ਹੋਣ ਦਾ ਇਹ ਫਲ ਪ੍ਰਾਪਤ ਹੋਇਆ ਜੀ। ਏਕੋ ਓੰਕਾਰ ਕਹੋ, ਗੁਣ ਸਤਿਗੁਰੂ ਪ੍ਰਸਾਦ। ਇੱਥੋਂ ਸ਼ੁਰੂ ਕਰਿਆ ਕਰੋ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਨਾਮ ਕਰਤਾ ਪੁਰਖ, ਜਪੀ ਜਾਪ ਅਹਲਾਦ। ਇਸ ਤਰ੍ਹਾਂ ਫਿਰ ਮੂਲ ਮੰਤਰ ਭਾਵ ਇੱਕ ਓੰਕਾਰ ਤੋਂ ਸ਼ੁਰੂ ਕਰਕੇ ਨਾਨਕ ਹੋਸੀ ਪੀ ਸੱਚ ਤੱਕ ਪੂਰਾ ਪਾਠ ਕਰਿਆ ਕਰੋ। ਵਿਚਾਰਾਂ ਇੱਥੇ ਰੁਕਦੇ ਆ, ਸਮਾਂ ਅੱਗੇ ਜਾ ਰਹੇ ਆ। ਰਹਿੰਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਵੱਧ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁਤ ਹੇ ਪਾਰ ਬ੍ਰਹਮ ਅਬਿਨਾਸੀ, ਹੇ ਪੂਰਨ ਹੇ ਸਰਬ ਮੈਂ, ਪੰਚਨ ਗੁਣਿਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਦੇਹੋ ਬਨਹਾਰ। ਹੇ ਸੰਤਹਿ ਕੈ ਸਦਾ ਸੰਗ, ਆਧਾਰ। ਹੇ ਠਾਕੁਰ ਹਉ ਦਾਸਰੋ, ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਹੋਏ ਬਰੋਏ। ਆਏ ਪ੍ਰਭ ਸ਼ਰਨਾਗਤੀ, ਨਿਤ ਦਿਆਲ। ਏਕ ਅਖਰ ਹਰ ਮਨ ਬਸਤ, ਹੋਤ ਨਿਹਾਲ। ਏਕ ਓੰਕਾਰਾ ਸਤਿਗੁਰੂ, ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਲਗਾਈਆਂ। ਗੁਰੂ ਜੀ ਸਰਬਣ ਕੀਤਾ ਪਾਤਸ਼ਾਹ ਖੁਸ਼ੇ ਬਖਸ਼ਣ ਬਲਾ ਫਤਿਹ ਪਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।